ਇੱਕ ਬਹੁਤ ਵੱਡਾ ਮਾਫੀਆ ਸੱਟੇ ਦਾ ਆਪਰੇਟ ਕਰ ਰਿਹਾ ਜਿਹੜਾ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ ਦੋਨੋਂ ਮੈਨੀਪੂਲੇਟ ਕਰਦਾ ਹੈ। ਖੁਸ਼ ਹੋ ਲੈਣ ਜਿਨ੍ਹਾਂ ਨੇ ਸਰਕਾਰ ਜਿਨ੍ਹਾਂ ਦੀ ਬਣ ਗਈ ਕੱਲ੍ਹ, ਤੇ ਅਸਲੀਅਤ ਤਾਂ 10 ਤਰੀਕ ਨੂੰ ਪਤਾ ਲੱਗੇਗੀ। ਜੇ ਡੇਰੇ ਦੀ ਵੋਟ ਬੀਜੇਪੀ ਤੇ ਅਕਾਲੀ ਦਲ ਦੇ ਹੱਕ 'ਚ ਪੁੱਗਤੀ, ਫਿਰ ਆਪ ਦੀ ਸੀਟਾਂ ਇੰਨੀਆਂ ਕਿਵੇਂ ਆ ਜਾਣਗੀਆਂ। ਜੇ ਆਪਾਂ ਚੱਕੀਏ ਫਿਗਰਸ 2017 ਦੀ, ਉਦੋਂ ਵੀ ਆਪ ਦੀ ਸਰਕਾਰ ਹੀ ਬਣਾਈ ਸੀ ਸਾਰਿਆਂ ਨੇ। ਜਿਹੜੀ ਕ੍ਰੈਡੀਬਿਲਿਟੀ ਹੈ, ਜਿਹੜੀ ਐਗਜ਼ਿਟ ਪੋਲਸ ਹੈ, ਇਹਨਾਂ ਤੇ ਕੁਐਸਚਨ ਮਾਰਕ ਲੱਗਦਾ ਹੈ। ਉਹ ਕਰੰਟ ਬਦਲਾਅ ਭਾਲਦਾ ਸੀ, ਬਦਲਾਅ ਦੀ ਗੱਲ ਕਿਤੇ ਨਾ ਕਿਤੇ ਤਾਂ ਚੱਲਦੀ ਸੀ। ਮਤਲਬ ਇੱਥੋਂ ਤੱਕ ਵੀ ਦੇਖਣ ਨੂੰ ਮਿਲਿਆ ਵੀ ਇੱਕ ਘਰ ਦੇ ਵਿੱਚ ਵੀ ਵੋਟਾਂ ਵੰਡੀਆਂ ਗਈਆਂ ਨੇ। ਚੰਗੀ ਗੱਲ ਹੈ ਜੇ ਲੋਕ ਪੰਜਾਬ ਦੇ ਆਪ ਨੂੰ ਲਿਆਉਣਾ ਚਾਹੁੰਦੇ ਹੈ ਤੇ ਸਰਕਾਰ ਬਣ ਰਹੀ ਹੈ ਉਹਨਾਂ ਦੀ। ਇੰਟੈਲੀਜੈਂਸ ਦੀ ਰਿਪੋਰਟ ਹੈ ਪੰਜਾਬ ਦੀ, ਉਹਦੇ ਵਿੱਚ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਆਪ ਨੂੰ ਅੱਗੇ ਕੀਤਾ ਹੋਇਆ, ਸਰਕਾਰ ਬਣਾ ਰਹੇ ਉਹਨਾਂ ਦੀ। ਤਾਂ ਲੋਕ ਕਹਿੰਦੇ ਸੀ ਵੀ ਅਸੀਂ ਹੈਗੇ ਤਾਂ ਰਾਜੇ ਵੜਿੰਗ ਨਾਲ ਹੈ, ਪਰ ਇਸ ਵਾਰੀ ਹਰਾਉਣਾ ਰਾਜਾ ਲਾਜ਼ਮੀ ਹੈ। ਜਿਹੜੀ ਪੋਲੀਟਿਕਸ ਹੈ ਇਹ ਬਿਜ਼ਨਸ ਹੈ, ਇੰਨੀ ਜ਼ਿਆਦਾ ਰਿਟਰਨ ਕਿਤੇ ਨਹੀਂ ਹੈ। ਲੋਕ ਕਹਿੰਦੇ ਸੀ ਵੀ ਕੈਪਟਨ ਨੂੰ ਤਾਂ ਇਹਨਾਂ ਨੇ ਘਰੇ ਜਾਣ ਕੇ ਬਿਠਾਇਆ ਸੀ ਕਾਂਗਰਸ ਪਾਰਟੀ ਨੂੰ, ਹਾਂ, ਵੀ ਇਹ ਬਾਹਰ ਹੀ ਨਾ ਨਿਕਲ ਸਕੇ। ਜਿੰਨਾ ਗੰਦ ਅਕਾਲੀ ਦਲ ਦੀ ਸਰਕਾਰ ਨੇ 10 ਸਾਲ 'ਚ ਪਾਇਆ ਸੀ ਜੀ, ਕਾਂਗਰਸ ਨੇ ਉਹਨਾਂ ਗੰਦ 5 ਸਾਲ 'ਚ ਪਾ ਦਿੱਤਾ। ਉਹ ਕਹਿੰਦੇ ਵੀ ਸਾਡੇ ਝੰਡੇ ਅਕਾਲੀ ਦਲ ਦੇ ਲੱਗੇ ਹੋਏ, ਅਸੀਂ ਪੈਸੇ ਵੀ ਅਕਾਲੀ ਦਲ ਨੂੰ ਦਿੰਦੇ, ਅਸੀਂ ਫਿਰਦੇ ਵੀ ਸੁਖਬੀਰ ਨਾਲ। ਵੋਟ ਨਹੀਂ ਪਾਉਣੀ, ਵੋਟ ਆਪ ਨੂੰ ਪਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਕਿਹਦੀ ਬਣੂਗੀ ਸਰਕਾਰ, ਰਹਿ ਗਿਆ ਇੱਕ ਦਿਨ। ਚੋਣ ਨਤੀਜੇ ਕਿਸ ਤਰ੍ਹਾਂ ਦੇ ਹੋਣਗੇ, ਕਿਸ ਤਰ੍ਹਾਂ ਦੇ ਰੁਝਾਨ ਅਖਬਾਰਾਂ ਦੇ ਦਾਅਵੇ ਨੇ, ਇਹਨਾਂ ਬਾਰੇ ਗੱਲਬਾਤ ਕਰਦੇ ਹਾਂ ਸਰਦਾਰ ਜਗਤਾਰ ਸਿੰਘ ਜੀ ਹੋਰਾਂ ਨਾਲ, ਜਿਹੜੇ ਪੰਜਾਬ ਦੇ ਸੀਨੀਅਰ ਪੱਤਰਕਾਰ ਨੇ। ਲੰਬਾ ਸਮਾਂ ਉਹਨਾਂ ਨੇ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਪੱਤਰਕਾਰੀ ਕੀਤੀ ਹੈ ਤੇ ਉਹਨਾਂ ਨੂੰ ਸਮਝ ਹੈ ਨਬਜ਼ ਦੀ ਪੰਜਾਬ ਦੀ। ਸਰ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ, ਤੁਹਾਡਾ ਬਹੁਤ ਬਹੁਤ। ਥੈਂਕ ਯੂ ਸਰ, ਕਿਸ ਤਰ੍ਹਾਂ ਦੇ ਰੁਝਾਨ ਲੱਗ ਰਹੇ ਨੇ? ਦੇਖੋ ਜੀ, ਆਪਾਂ ਕੱਲ੍ਹ ਜਦੋਂ ਦੇਖਿਆ ਸਾਰਾ ਐਗਜ਼ਿਟ ਪੋਲ, ਤੇ ਸਾਰਿਆਂ ਨੇ ਹੀ ਆਲਮੋਸਟ ਸਰਕਾਰ ਬਣਾਈ, ਇੱਕ ਦੋ ਨੂੰ ਛੱਡ ਕੇ ਆਪ ਦੀ। ਜੀ, ਚੰਗੀ ਗੱਲ ਹੈ ਜੇ ਲੋਕ ਪੰਜਾਬ ਦੇ ਆਪ ਨੂੰ ਲਿਆਉਣਾ ਚਾਹੁੰਦੇ ਹੈ ਤੇ ਸਰਕਾਰ ਬਣ ਰਹੀ ਹੈ ਉਹਨਾਂ ਦੀ। ਹਾਂਜੀ, ਪਰ ਗੱਲ ਇਹ ਹੈ ਕਿ ਪਿਛਲੀ ਵਾਰੀ ਵੀ ਜੇ ਆਪਾਂ ਚੱਕੀਏ ਫਿਗਰਸ 2017 ਦੀਆਂ, ਉਦੋਂ ਵੀ ਆਪ ਦੀ ਸਰਕਾਰ ਹੀ ਬਣਾਈ ਸੀ ਸਾਰਿਆਂ ਨੇ, ਤੇ ਲੈ ਕੇ ਸੀਟਾਂ 20 ਰਹਿ ਗਈਆਂ ਸੀ। ਜੀ, ਸੋ ਇੱਥੇ ਆ ਕੇ ਜਿਹੜੀ ਕ੍ਰੈਡੀਬਿਲਿਟੀ ਹੈ, ਜਿਹੜੀ ਐਗਜ਼ਿਟ ਪੋਲਸ ਹੈ, ਇਹਨਾਂ ਤੇ ਕੁਐਸਚਨ ਮਾਰਕ ਲੱਗਦਾ ਹੈ। ਇਹਨਾਂ ਤੇ ਪਹਿਲੀ ਗੱਲ ਤਾਂ ਦੇਖਣ ਵਾਲੀ ਕਿ ਮੈਥੋਡੋਲੋਜੀ ਕੀ ਹੈ। ਜੀ, ਜੇ ਤੁਸੀਂ ਐਗਜ਼ਿਟ ਪੋਲ ਜਦੋਂ ਸਰਵੇ ਕਰਦੇ ਹੈ, ਤੁਹਾਡਾ ਕਿੰਨਾ ਸੈਂਪਲ ਹੈ ਤੇ ਉਹ ਸੈਂਪਲ ਕਿਸ ਤਰੀਕੇ ਨਾਲ ਕਲੈਕਟ ਕੀਤਾ ਜਾਂਦਾ ਹੈ, ਇਹ ਬਹੁਤ ਜ਼ਰੂਰੀ ਹੈ। ਜੀ, ਜੇ ਤੁਹਾਡੇ ਸੈਂਪਲਿੰਗ ਠੀਕ ਨਹੀਂ ਹੈ, ਤੁਸੀਂ ਸਰਵੇ 'ਚ ਜੋ ਜੇ ਮਰਜ਼ੀ ਰਿਜ਼ਲਟ ਕਢਵਾ ਲਓ। ਜਿਨ੍ਹਾਂ ਨੇ ਸਰਵੇ ਕਰਾਉਣਾ ਹੈ ਉਹ ਆਪਣੇ ਹਿਸਾਬ 'ਤੇ ਰਿਜ਼ਲਟ ਕਢਵਾ ਸਕਦੇ ਹੈ, ਜਦ ਕਿ ਇਹਦਾ ਕੋਈ ਫਾਇਦਾ ਨਹੀਂ ਹੁੰਦਾ, ਕਿ ਰਿਜ਼ਲਟ ਤਾਂ ਹੁਣ ਕੁਝ ਘੰਟਿਆਂ ਬਾਅਦ ਆ ਜਾਣੇ। ਅਸਲੀ ਕੀ ਹੈ ਜੀ, ਇੱਕ ਮਾਹੌਲ ਜਿਹਾ ਬਣਾਉਣ ਦੀ ਗੱਲ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਪਾਰਟੀਆਂ ਇਹ ਮਾਹੌਲ ਕਿਉਂ ਬਣਾਉਣਾ ਚਾਹੁੰਦੀਆਂ। ਓਪੀਨੀਅਨ ਪੋਲ ਠੀਕ ਹੈ, ਮਾਹੌਲ ਚੇਂਜ ਕਰਨ ਵਾਸਤੇ ਉਹ ਸਾਰਾ ਕੁਛ ਫਰਜ਼ੀ ਜਾਲੀ ਉਹ ਪੈਸੇ ਖਰਚਦੇ ਹੈ। TV ਚੈਨਲ ਨੂੰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਤੁਸੀਂ ਪੈਸੇ ਦਿਓ, ਜਿਹੜੀ ਮਰਜ਼ੀ ਓਪੀਨੀਅਨ ਪੋਲ ਜਿਸ ਤਰ੍ਹਾਂ ਮਰਜ਼ੀ ਕਰਵਾ ਲਓ, ਉਹ ਆਪਣਾ ਨਾਲ ਦੇ ਦਿੰਦੇ ਨਾਲ ਕਿ ਸਾਡੀ ਓਪੀਨੀਅਨ ਪੋਲ ਹੈ ਜੀ। ਜੀ, ਹੁਣ ਇਹ ਸਭ ਨੂੰ ਪਤਾ ਹੈ ਐਗਜ਼ਿਟ ਪੋਲ ਬਾਈ ਐਂਡ ਲਾਰਜ ਇਹ ਵੀ ਮਾਰਕੀਟਿੰਗ ਐਕਸਰਸਾਈਜ਼ ਹੈ, ਜਿਵੇਂ ਓਪੀਨੀਅਨ ਪੋਲ ਹੈ। ਜੀ, ਆਪਾਂ ਜਿਹੜੀ ਰਾਤ ਓਪੀਨੀਅਨ ਪੋਲ ਆਈ ਆ, ਆਪਾਂ ਇਹ ਦੇਖੀਏ ਤਾਂ ਹੀ ਪਤਾ ਲੱਗ ਜਾਂਦਾ। ਜੇ ਧਿਆਨ ਨਾਲ ਆਪਾਂ ਸਟੱਡੀ ਕਰੀਏ ਸਾਰੇ ਵੱਖਰੀਆਂ ਜਿਹੜੀਆਂ ਅਸੈਸਮੈਂਟਸ ਆਈਆਂ, ਇੱਕ ਨੇ 100 ਸੀਟਾਂ ਦਿੱਤੀਆਂ ਆਪ ਨੂੰ। ਜੀ ਸਰ, ਤੇ ਜਿਹੜੀਆਂ ਸਭ ਤੋਂ ਘੱਟ ਹੈ ਉਹ 43 ਹੈ। ਜੀ, ਹੁਣ 43 ਤੇ 100 ਦਾ ਗੈਪ ਬੜਾ ਹੈ। ਮੈਂ ਇਹ ਮੰਨ ਲੈਣਾ ਕਿ ਜੇ ਜੈਨੂਅਨ ਹੋਣ ਤਾਂ 10-15 ਦਾ ਗੈਪ ਆ ਸਕਦਾ, 15-20 ਦਾ ਆ ਸਕਦਾ, ਪਰ ਇੰਨਾ ਵੱਡਾ ਗੈਪ ਨਹੀਂ ਆ ਸਕਦਾ। ਇਹਦਾ ਮਤਲਬ ਹੈ ਕਿ ਜਿਹੜੀ ਮੈਥੋਡੋਲੋਜੀ ਹੈ ਇਹਦੇ ਵਿੱਚ ਕਿਤੇ ਕੋਈ ਗੜਬੜ ਹੈ। ਜੀ, ਵੱਖਰੀਆਂ ਚੈਨਲ ਦੀਆਂ ਇਸ ਤਰ੍ਹਾਂ ਕਿਸੇ ਨੇ 70, ਕਿਸੇ ਨੇ 65,
ਕਿਸੇ ਨੇ 90, ਇਸ ਤਰ੍ਹਾਂ ਦਿੱਤੀਆਂ ਜੀ ਆਪ ਨੂੰ ਸੀਟਾਂ। ਇੱਥੇ ਆ ਕੇ ਕੁਐਸਚਨ ਮਾਰਕ ਸਾਰੀ ਗੱਲ ਤੇ ਲੱਗ ਜਾਂਦਾ ਹੈ। ਮੈਂ ਇੱਕ ਐਗਜ਼ਾਮਪਲ ਹੋਰ ਦੇਣੀ ਚਾਹੂੰਗਾ। ਜੀ ਪੰਜਾਬ ਦੀ ਜਿਹੜੀ 1992 ਦੀ ਇਲੈਕਸ਼ਨ ਸੀਗੀ, ਉਹ ਅਕਾਲੀਆਂ ਨੇ ਬਾਈਕਾਟ ਕੀਤਾ ਸੀ। ਜੀ ਸਰ। 117 ਚੋਂ ਕਾਂਗਰਸ ਨੂੰ 92 ਸੀਟਾਂ ਆਈਆਂ ਸੀ ਬਾਈਕਾਟ ਦੇ ਵਿੱਚ ਵੀ, ਤੇ ਇਹਨਾਂ ਨੂੰ 100 ਕਿੱਥੇ ਆ ਜਾਣਗੀਆਂ। ਜੀ 2017 ਦੇ ਵਿੱਚ ਵੀ ਆਪ ਨੇ ਜਿਹੜਾ ਪਹਿਲਾ ਸਰਵੇ ਕਰਵਾਇਆ ਸੀ ਪੰਜਾਬ ਨੂੰ ਇਲੈਕਸ਼ਨ ਲੜਨ ਵਾਸਤੇ, ਜੀ। ਉਹ 100 ਸੀਟਾਂ ਲੈ ਕੇ ਆਏ ਸੀ ਵੋਟਰ ਦਾ ਸਰਵੇ ਕਹਿੰਦੇ ਜੀ। ਹਾਂ, ਉਹ 100 ਸੀਟਾਂ ਸੀ। ਜੀ ਮੈਂ ਇੱਕ ਲੀਡਰ ਦਾ ਨਾਂ ਲੈ ਲਊਂਗਾ। ਸ਼ੁਰੂ ਦੇ ਵਿੱਚ ਜਦੋਂ ਇਹ ਜਿਹੜੇ 2 ਪੰਜਾਬ ਦੇ ਇੰਚਾਰਜ ਬਣ ਕੇ ਆਏ ਸੀ, ਉਹਨਾਂ ਵਿੱਚੋਂ ਇੱਕ ਸੀ ਜੀ। ਸੇ ਕਿਸੇ ਦੋਸਤ ਨੇ ਰਿਕਮੈਂਡ ਕੀਤਾ ਤੇ ਉਹ ਮੇਰੇ ਕੋਲੇ ਆ ਗਿਆ। ਜੀ ਬੈਠੇ ਗੱਲ ਕਰਦੇ ਰਹੇ। ਉਹ ਕਹਿੰਦੇ ਹਮਾਰੀ 100 ਸੀਟें ਆएंगी। ਉਹ ਮੈਂ ਕਿਹਾ ਗੱਲ ਸੁਣ ਯਾਰ, 92 ਚ ਅਕਾਲੀਆਂ ਨੇ ਬਾਈਕਾਟ ਕੀਤਾ ਸੀ, ਉਦੋਂ ਨਹੀਂ ਸੀ 100 ਸੀਟਾਂ ਕਾਂਗਰਸ ਨੂੰ ਆਈਆਂ, ਤੁਹਾਡੀਆਂ ਕਿਵੇਂ ਆ ਜਾਣਗੀਆਂ? ਜੀ ਕਹਿੰਦਾ ਫਿਰ ਆਪ 70 ਤੋਂ ਮੰਨ ਲਓ। ਜੀ ਠੀਕ ਹੈ ਜੀ। ਹੁਣ ਸਿੱਧਾ ਹੀ 30 ਉਹਨੇ ਘਟਾ ਲੀਆਂ। ਜੀ ਮੈਂ ਕਿਹਾ 70 ਮੰਨ ਲੈਣਾ, ਮੈਨੂੰ ਕੀ ਇਤਰਾਜ਼? ਮੈਨੂੰ ਤਾਂ 100 ਤੇ ਵੀ ਇਤਰਾਜ਼ ਨਹੀਂ ਹੈਗਾ। ਮੈਂ ਤਾਂ ਸਿਰਫ ਦੱਸਿਆ ਹੈ ਕਿ ਇੰਨਾ ਝੂਠ ਬੋਲਣ ਦੀ ਲੋੜ ਨਹੀਂ ਹੁੰਦੀ। ਬਿਲਕੁਲ ਜੀ। ਹਾਂਜੀ। ਸੋ ਅਲਟੀਮੇਟਲੀ ਬੜੀ ਹਾਈਪ ਸੀ 17 ਦੇ ਵਿੱਚ। ਐਰਕੀ ਤਾਂ ਉਹ ਹਾਈਪ ਹੈ ਨਹੀਂ ਗੀ। ਬੜੀ ਹਨੇਰੀ ਸੀ ਜੀ ਉਸ ਟਾਈਮ ਦੇ ਪੂਰੀ ਵਿੱਚ, ਤਾਂ ਹਨੇਰੀ ਲਹਿਰ ਸੀਗੀ ਆਪ ਦੀ। ਸਾਰੇ ਸਟੇਟ ਦੇ ਵਿੱਚ ਹਨੇਰੀ ਸੀ ਉਦੋਂ। ਜੀ ਲੱਗਦਾ ਸੀ ਕਿ ਸਰਕਾਰ ਬਣੀ ਲਓ। ਹਾਂਜੀ। NRI ਦੇ ਨੇ ਬਾਹਰੋਂ ਆਏ ਸੀ, ਇੰਨਾ ਪੈਸਾ ਬਾਹਰੋਂ ਆਇਆ, ਲੋਕ ਆਏ, ਬੱਸਾਂ ਘੁੰਮੀਆਂ NRI ਦੀਆਂ। ਐਰਕੀ ਉਹ ਸੀਨ ਤਾਂ ਹੈ ਨਹੀਂ ਸੀ। ਬਾਦਲਾਂ ਦੇ ਖਿਲਾਫ ਬੜਾ ਲੋਕਾਂ ਦੇ ਵਿੱਚ ਉਸ ਟਾਈਮ ਗੁੱਸਾ ਸੀ। ਜੀ ਹਾਂਜੀ। ਗੁੱਸਾ ਤਾਂ ਲੋਕਾਂ ਦੇ ਖਿਲਾਫ ਐਰਕੀ ਵੀ ਹੈ। ਜੀ ਐਰਕੀ ਵੀ ਲੋਕ ਬਦਲਾਅ ਦੀ ਗੱਲ ਕਰ ਰਹੇ ਸੀ, ਬਿਲਕੁਲ ਸਾਰਾ ਕੁਝ ਸੀ। ਹਾਂਜੀ। ਕਿ ਉਹ ਬਦਲਾਅ ਅਲਟੀਮੇਟਲੀ ਵੋਟਾਂ 'ਚ ਟਰਾਂਸਲੇਟ ਹੁੰਦਾ ਜਾਂ ਨਹੀਂ ਹੁੰਦਾ, ਜੀ। ਗੱਲ ਉਹ ਦੇਖਣ ਲਈ ਹੈ। ਆਪਾਂ ਗੱਲ ਕਰ ਰਹੇ ਸੀ ਬੇਸਿਕਲੀ ਐਗਜ਼ਿਟ ਪੋਲ ਦੀ। ਜੀ ਸੋ ਇਹਨਾਂ ਦੇ ਕੁਐਸਚਨ ਮਾਰਕ ਹੈ। ਬਿਲਕੁਲ ਜੀ। ਇਹ ਖੁਸ਼ ਹੋ ਲੈਣ ਜਿਨ੍ਹਾਂ ਨੇ ਸਰਕਾਰ, ਜਿਨ੍ਹਾਂ ਦੀ ਬਣ ਗਈ ਕੱਲ੍ਹ, ਤੇ ਅਸਲੀਅਤ ਤਾਂ 10 ਤਰੀਕ ਨੂੰ ਪਤਾ ਲੱਗੇਗੀ ਦੁਪਹਿਰ ਤੱਕ। ਹਾਂਜੀ। ਸੋ ਮੇਰਾ ਤਾਂ ਇਹਨਾਂ ਦੇ ਬਾਰੇ ਰਿਜ਼ਰਵੇਸ਼ਨ ਹੈ। ਸੋ ਮੈਂ ਇਸ ਤੋਂ ਜ਼ਿਆਦਾ ਇਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੂੰਗਾ। ਲੇਕਿਨ ਇਹ ਜਿਹੜਾ ਢੰਗ ਤਰੀਕਾ ਹੈ ਐਗਜ਼ਿਟ ਪੋਲ ਦਾ, ਮੈਂ ਨਾਲ ਇੱਕ ਹੋਰ ਐਡੀਸ਼ਨ ਕਰੂੰਗਾ ਇਹਦੇ। ਜੀ ਵੈਸਟ ਬੰਗਾਲ ਜੀ। ਪਿਛਲੀ 2021 ਦੀ ਅਸੈਂਬਲੀ ਇਲੈਕਸ਼ਨ, ਕਿਸੇ ਵੀ ਐਗਜ਼ਿਟ ਪੋਲ ਨੇ ਆਪਣੇ TMC ਦੀ ਸਰਕਾਰ ਨਹੀਂ ਸੀ ਬਣਾਈ, ਸਭ ਨੇ BJP ਦੀ ਸਰਕਾਰ ਬਣਾਈ ਸੀ। ਬਿਲਕੁਲ BJP ਦਾ ਤਾਂ ਬੁਰਾ ਹਾਲ ਕਰਤਾ ਉਹਨਾਂ ਨੇ ਵੈਸਟ ਬੰਗਾਲ ਦੇ ਵਿੱਚ। ਜੀ। ਜੇ ਉੱਥੇ ਸਾਰੇ ਹੀ ਗਲਤ ਪ੍ਰੂਵ ਹੋਏ ਤੇ ਇੱਥੇ ਵੀ ਹਾਲ ਉਹੀ ਹੈ। ਮੈਂ ਇੱਕ ਹੋਰ ਲੈ ਕੇ ਚੱਲਦਾ ਜੀ। ਮੈਂ 2004 ਚ ਪਿੱਛੇ ਚੱਲਦਾ। ਉਹਨਾਂ ਦੇ ਨਾਲ ਸ਼ੁਰੂ ਹੋਇਆ ਸੀ ਕਰਨੇ ਸਾਰਾ। ਇਹ ਜਿਹੜਾ ਓਪੀਨੀਅਨ ਪੋਲ ਦਾ, ਐਗਜ਼ਿਟ ਪੋਲ ਦਾ ਜਿਹੜਾ ਸੀਗਾ ਜੀ ਟਾਈਮ, ਇਹ ਕਦੋਂ ਸ਼ੁਰੂ ਹੋਇਆ? ਕੁਝ 2002 ਮੈਨੂੰ ਵੇਗ ਜਿਹਾ ਖਿਆਲ ਹੈ ਵੀ 2002 ਸ਼ਾਇਦ ਸ਼ੁਰੂ ਹੋਇਆ ਸੀ ਇਹ ਸਾਰਾ ਕੁਝ। ਜੀ। ਤੇ ਇੱਕ TV ਚੈਨਲ ਦਿੱਲੀ ਦੀ ਇੰਗਲਿਸ਼ ਦੀ ਲੋਕ ਸਭਾ 2004 ਦੀ ਤੋਂ ਪਹਿਲਾਂ ਸ਼ਾਮ ਨੂੰ ਸਰਕਾਰ ਬਣਾ ਰਹੀ ਸੀਗੀ। ਉਹ ਆਪਣੇ ਦੀਵਾਰ 'ਤੇ ਝਾੜ ਝੂੜ ਸਾਰੇ ਵੀ ਇਹਦੀਆਂ ਇੰਨੀਆਂ ਸੀਟਾਂ, ਇਹਦੀਆਂ ਇੰਨੀਆਂ, ਇਸ ਤਰ੍ਹਾਂ ਅਲਾਇੰਸ ਹੋਏਗੀ, ਇਸ ਤਰ੍ਹਾਂ ਹੋਏਗੀ। ਜਦੋਂ ਅਗਲੇ ਦਿਨ ਰਿਜ਼ਲਟ ਆਏ ਤੇ ਅਲਟੀਮੇਟਲੀ ਪਾਸਾ ਪਲਟ ਗਿਆ, ਸਰਕਾਰ ਕਾਂਗਰਸ ਦੀ ਬਣ ਗਈ। ਜੀ ਹਾਂਜੀ। ਸੋ ਇਹ ਹੁਣ ਵੀ ਮੈਂ ਕੱਲ੍ਹ ਦੇਖਿਆ ਪੂਰਾ ਜ਼ੋਰ ਲੱਗ ਰਿਹਾ ਸਾਰੀਆਂ ਚੈਨਲ ਦਾ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਕੋਈ ਰੌਲਾ ਸਾਰੇ ਪੈ ਰਿਹਾ। ਬਈ 2 ਦਿਨ ਵੇਟ ਕਰ ਲਓ, ਜੇ ਪਿਛਲੇ ਐਕਸਪੀਰੀਅੰਸ ਤੋਂ ਲਰਨ ਕਰ ਲਓ ਕਿ ਇਹ ਸਾਰੇ ਰੌਲੇ ਦੇ ਪਿੱਛੇ ਕੋਈ ਹੋਰ ਫੈਕਟਰ ਵੀ ਹੈ। ਜੀ। ਉਹ ਸਟੱਡੀ ਕਰਨ ਵਾਲਾ ਹੈ। ਉਸ ਸੈਕਟਰ 'ਤੇ ਮੈਂ ਬਾਅਦ 'ਚ ਆਉਣਾ। ਕਿਉਂਕਿ ਦੇਖ ਰਹੇ ਹਾਂ ਵੀ ਸਾਰੇ ਅਖਬਾਰਾਂ ਦੀਆਂ ਜਿਹੜੀਆਂ ਸੁਰਖੀਆਂ ਨੇ ਉਹ ਆਪ ਦੀ ਸਰਕਾਰ ਬਣਾ ਰਹੀਆਂ ਨੇ। ਅੱਜ ਦੇ ਜਿਹੜੇ ਓਪੀਨੀਅਨ ਪੋਲ ਜਾਂ ਇਹਨਾਂ ਨੂੰ ਐਗਜ਼ਿਟ ਪੋਲ ਆਪਾਂ ਕਹਿ ਲਿਆ ਵੀ ਦੇ ਰਹੇ ਨੇ ਅੰਕੜੇ ਜੀ, ਹੁਣ ਤਾਂ ਬਣ ਗਈ ਸਰਕਾਰ। ਕਈ ਅਫਸਰਸ਼ਾਹੀ ਵੀ ਟਪੂਸੀਆਂ ਮਾਰਨ ਲੱਗ ਗਏ। ਕਈ ਤਾਂ, ਮੈਂ ਅੱਜ ਕਿਸੇ ਸੈਕਟਰੀਏਟ ਦੇ ਵਿੱਚ ਬੈਠਾ ਸੀ ਜੀ, ਤਾਂ 2 ਅਫਸਰ ਕਹਿੰਦੇ ਜੀ ਅਸੀਂ ਤਾਂ ਗੱਲ ਕਰ ਆਏ ਜੀ, ਸਭ ਤੋਂ ਪਹਿਲਾਂ ਇਹ ਭੱਜਦੇ ਹੁੰਦੇ ਆ ਜੀ। ਪੁਲਿਸ ਵਾਲੇ ਵੀ 2-3 ਲੱਗਣ ਨੂੰ ਤਿਆਰ ਨੇ, ਤੇ ਐਡਵੋਕੇਟ ਜਨਰਲ ਵੀ ਨਵਾਂ ਕਹਿੰਦੇ ਆ ਵੀ ਚਾਹ ਪਾਣੀ ਦਾ ਇੰਤਜ਼ਾਮ ਕਰਿਆ ਆ ਆਪਣਾ ਪਾਰਟੀਆਂ ਦਾ। ਠੀਕ ਹੈ। ਇਹ ਮਾਹੌਲ ਤਾਂ, ਇਹ ਜਿਹੜਾ ਐਗਜ਼ਿਟ ਪੋਲ ਹੈ ਇਹਨੇ ਆਪ ਦੇ ਹੱਕ 'ਚ ਬਣਾ ਦਿੱਤਾ ਜੀ। ਮੈਂ ਹੁਣ 2012 ਦੀ ਇਲੈਕਸ਼ਨ ਦੀ ਗੱਲ ਕਰੂੰ, ਪੰਜਾਬ ਅਸੈਂਬਲੀ ਦੀ। ਜੀ। ਜਦੋਂ ਰਿਜ਼ਲਟ ਆਉਣੇ ਸ਼ੁਰੂ ਹੋਏ ਤੇ ਟ੍ਰੈਂਡ ਕਾਂਗਰਸ ਦੇ ਫੇਵਰ ਦੇ ਵਿੱਚ ਸੀਗਾ। ਜੀ। ਤੇ ਦਿੱਲੀ ਤੋਂ ਵੀ
ਇੱਕ ਸੀਨੀਅਰ ਅਫਸਰ ਜਿਹੜਾ ਚੀਫ ਸੈਕਟਰੀ ਲੱਗਣ ਦਾ ਚਾਹਵਾਨ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ, ਜੀ ਉਹ ਕੈਪਟਨ ਸਾਹਿਬ ਦੇ ਘਰ ਪਹੁੰਚ ਗਿਆ 10 ਸੈਕਟਰ ਦੇ ਵਿੱਚ। ਉੱਥੇ ਢੋਲ ਢਾਲ ਸਾਰੇ ਆਏ ਹੋਏ ਸੀਗੇ ਅਤੇ ਤਿਆਰੀ ਹੋ ਰਹੀ ਸੀ ਪਾਰਟੀ ਦੀ, ਜੀ ਅਤੇ ਸਰਕਾਰ ਬਣ ਰਹੀ ਸੀ। 12 ਵਜੇ ਤੋਂ ਬਾਅਦ ਸਡਨਲੀ ਉਹ ਰਿਵਰਸ ਹੋਣਾ ਸ਼ੁਰੂ ਹੋ ਗਿਆ ਜੀ ਅਤੇ 1 ਵਜੇ ਤੱਕ ਕੈਪਟਨ ਸਾਹਿਬ ਦਾ ਘਰ ਸਾਰਾ ਖਾਲੀ ਹੋ ਗਿਆ ਸੀ। ਅਫਸਰਾਂ ਦੀ ਹਾਲਤ ਇਹ ਹੈ, ਜੀ ਅਫਸਰ ਅੱਧੇ ਪਹੁੰਚੇ ਹੋਏ ਸੀ ਵੀ ਲਓ ਜੀ ਨਵੀਂ ਸਰਕਾਰ ਆ ਗਈ ਉਹਨਾਂ ਨਾਲ, ਅਤੇ ਜਦੋਂ ਰਿਵਰਸ ਹੋ ਗਿਆ ਸਾਰਾ ਫਿਰ ਸਾਰੇ ਭੱਜ ਲਏ। ਤੇ ਬਾਦਲ ਨੇ ਫਿਰ ਬਾਅਦ 'ਚ ਉਹਨਾਂ ਨੂੰ ਨੇੜੇ ਵੀ ਕਈਆਂ ਨੂੰ ਖੁੱਡੇ ਲੈਣ ਵੀ ਲਾ ਕੇ ਰੱਖਿਆ, ਕਈ ਤਾਂ ਡੀਜੀਪੀ ਲੱਗਣ ਦੇ ਬੜਾ ਨੇੜੇ ਸੀਗੇ ਉਸ ਟਾਈਮ ਦੇ ਵਿੱਚ। ਸਭ ਕੁਝ ਹੋਇਆ ਜੀ ਹਾਂਜੀ। ਸੋ ਇਹ ਜਿਹੜੀ ਬਿਊਰੋਕਰੇਸੀ ਹੈ ਇਹਨੂੰ ਆਦਤ ਹੈ ਇਸ ਤਰ੍ਹਾਂ ਭੱਜਣ ਦੀ। ਇਹ ਬੜੇ ਦਿਨਾਂ ਤੋਂ ਇਹ ਅਸੈਸ ਕਰ ਰਹੇ ਸੀ ਕਿ ਆਪ ਆ ਰਹੀ ਹੈ ਕਿ ਨਹੀਂ ਆ ਰਹੀ ਜੀ। ਅਤੇ ਜਿਹੜੀ ਇਹਨਾਂ ਦੀ ਇੰਟੈਲੀਜੈਂਸ ਦੀ ਰਿਪੋਰਟ ਹੈ ਪੰਜਾਬ ਦੀ, ਉਹਦੇ ਵਿੱਚ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਆਪ ਨੂੰ ਅੱਗੇ ਕੀਤਾ ਹੋਇਆ, ਸਰਕਾਰ ਬਣਾ ਰਹੇ ਉਹਨਾਂ ਦੀ। ਜੀ ਕਿਸੇ ਵੇਲੇ ਪੰਜਾਬ ਇੰਟੈਲੀਜੈਂਸ ਦਾ ਸਿਸਟਮ ਬੜਾ ਪਰਫੈਕਟ ਸੀਗਾ, ਜੀ ਪ੍ਰੋਫੈਸ਼ਨਲ ਸੀ। ਜੀ ਉਹ ਕਿਸੇ ਨੂੰ ਖੁਸ਼ ਕਰਨ ਵਾਸਤੇ ਰਿਪੋਰਟ ਨਹੀਂ ਸੀ ਦਿੰਦੇ। ਮੈਂ ਦੇਖੀਆਂ ਰਿਪੋਰਟਸ ਉਹਨਾਂ ਦੀਆਂ ਕਿਸੇ ਵੇਲੇ ਦੀਆਂ, ਆਲਮੋਸਟ ਟੂ ਦੀ ਪੁਆਇੰਟ ਹੁੰਦਾ ਸੀਗਾ। ਜੀ ਹੁਣ ਉਹ ਕਹਿੰਦੇ ਵੀ ਨਹੀਂ, ਉਹ ਅਫਸਰ ਕਹਿ ਦਿੰਦੇ ਵੀ ਇਹ ਕੈਸੇ ਹੋ ਸਕਤਾ ਹੈ, ਉਹ ਫਿਰ ਚੇਂਜ ਕਰ ਦਿੰਦੇ ਆ ਇਹ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ, ਅਫਸਰਾਂ ਨੂੰ ਖੁਸ਼ ਕਰਨ ਵਾਸਤੇ। ਆਪਦੇ ਕਹਿੰਦੇ ਆ ਵੀ ਜਿਹੜੇ ਪੰਜਾਬ ਦੇ ਵਿੱਚ ਬੜੇ ਫੈਕਟਰ ਹੈਗੇ ਆ। ਐਤਕੀ ਇਲੈਕਸ਼ਨ ਦੇ ਵਿੱਚ ਅਕਸਰ ਪੰਜਾਬ ਅਖੀਰਲੇ 72 ਘੰਟੇ 'ਚ ਚੇਂਜ ਹੋਇਆ ਕਰਦਾ। ਜੀ 1999 ਤੋਂ ਜੀ ਇਹ ਫਿਨਾਮਨਾ ਮੈਂ ਦੇਖ ਰਿਹਾ ਕਿ ਸਡਨਲੀ ਸਾਰਾ ਕੁਝ ਚੇਂਜ ਹੋ ਜਾਂਦਾ। ਜਿਨ੍ਹਾਂ ਦੇ ਬਾਰੇ ਕੋਈ ਸੋਚ ਹੀ ਨਹੀਂ ਸਕਦਾ ਉਹ ਲੋਕ ਇਲੈਕਸ਼ਨ ਜਿੱਤ ਜਾਂਦੇ ਆ। ਜੀ ਇਸ ਇਲੈਕਸ਼ਨ ਦੇ ਵਿੱਚ ਵੀ ਜਿਹੜੇ 72 ਘੰਟੇ ਹੈ ਉਹ ਬੜੇ ਕਰੂਸ਼ਲ ਹੈ, ਜੀ ਜਿਹਦੇ ਵਿੱਚ ਉਹ ਸਾਰਾ ਕੁਝ ਹੋਇਆ ਜਿਹਨੂੰ ਕਰਪਸ਼ਨ ਕਹਿੰਦੇ ਆ। ਜੀ ਇਹ ਸਾਰਿਆਂ ਨੂੰ ਪਤਾ ਹੁੰਦਾ ਵੀ ਕਿੰਨੇ ਪੈਸੇ ਵੰਡੇ ਗਏ, ਕਿੰਨੀ ਦਾਰੂ ਵੰਡੀ ਗਈ, ਕਿੰਨੀਆਂ ਵੋਟਾਂ ਖਰੀਦੀਆਂ ਗਈਆਂ। 4-5 ਹਲਕਿਆਂ ਦੇ ਤਾਂ ਮੇਰੇ ਕੋਲ ਹੈ ਜੀ ਬਈ ਇਸ ਹਲਕੇ 'ਚ ਇੰਨੀ ਖਰੀਦੀ ਗਈ, ਔਰ ਜਿਨ੍ਹਾਂ ਨੇ ਖਰੀਦੀਆਂ ਉਹ ਦੱਸ ਰਹੇ ਆ। ਕਈਆਂ ਥਾਂ ਤਾਂ ਰੌਲਾ ਵੀ ਪੈ ਗਿਆ ਜੀ, ਉਹ ਕਹਿੰਦੇ ਤੂੰ ਵੋਟਾਂ ਨਹੀਂ ਪਾਈਆਂ ਭਾਈ, ਪੈਸੇ ਵਾਪਸ ਕਰ। ਹਾਂ ਕਈ ਪਿੰਡਾਂ ਦੇ ਵਿੱਚ ਹੋਇਆ, ਉਹ ਪੈਸੇ ਵਾਪਸ ਲੈਣ ਚਲੇ ਗਏ, ਖਬਰਾਂ ਵੀ ਛਪ ਗਈਆਂ। ਖਬਰਾਂ ਵੀ ਛਪ ਗਈਆਂ, ਹਾਂਜੀ, ਆਡੀਓ ਵਾਇਰਲ ਹੋ ਗਈਆਂ, ਵੀਡੀਓ। ਹਾਂ ਸਰ ਇਹ ਤੁਸੀਂ ਵੀ ਇਲੈਕਸ਼ਨ ਦੇ ਦੌਰਾਨ ਕਾਫੀ ਗਰਾਊਂਡ 'ਤੇ ਜਾ ਕੇ ਦੇਖਿਆ ਲੋਕਾਂ ਨੂੰ, ਵੋਟਿੰਗ ਜਦੋਂ ਵੋਟਾਂ ਭੁਗਤਦੀਆਂ ਨੇ ਪੰਜਾਬ ਦੇ ਲੋਕ, ਇਸ ਵਾਰੀ ਟ੍ਰੈਂਡ ਚੇਂਜ ਦੇਖਣ ਨੂੰ ਮਿਲਿਆ। ਲੀਡਰਾਂ ਨੂੰ ਸਿੱਧੀਆਂ ਅੱਖਾਂ ਨਹੀਂ ਦਿਖਾਈਆਂ ਉਹਨਾਂ ਨੇ, ਚੁੱਪ ਜੇ ਰਹੇ ਨੇ, ਜਿਹਨੂੰ ਕਹਿੰਦੇ ਵੀ ਅੰਡਰ ਕਰੰਟ ਜਿਹਾ ਸੀਗਾ। ਕਰੰਟ ਹੈਗਾ ਸੀ, ਅੰਡਰ ਕਰੰਟ ਸੀ। ਉਹ ਕਰੰਟ ਬਦਲਾਅ ਭਾਲਦਾ ਸੀ, ਬਦਲਾਅ ਦੀ ਗੱਲ ਕਿਤੇ ਨਾ ਕਿਤੇ ਤਾਂ ਚੱਲਦੀ ਸੀ। ਮਤਲਬ ਇੱਥੋਂ ਤੱਕ ਵੀ ਦੇਖਣ ਮਿਲਿਆ ਵੀ ਇੱਕ ਘਰ ਦੇ ਵਿੱਚ ਵੀ ਵੋਟਾਂ ਵੰਡੀਆਂ ਗਈਆਂ ਨੇ, ਇੱਕ ਪਰਿਵਾਰ ਦੇ ਵਿੱਚ ਵੀ ਵੋਟਾਂ ਅੱਡ। ਉਹਦਾ ਕਾਰਨ ਹੈ ਦੇਖੋ, ਜਿਹੜੀ ਬਦਲਾਅ ਦੀ ਗੱਲ ਚੱਲੀ ਹੈ ਨਾ ਜੀ, ਉਹ ਜਸਟੀਫਾਈਡ ਹੈ। ਜਿੰਨਾ ਗੰਦ ਅਕਾਲੀ ਦਲ ਨੇ, ਮੈਂ ਲਫ਼ਜ਼ ਗੰਦ ਵਰਤਦਾ, ਸਖਤ ਹੈ ਲਫ਼ਜ਼, ਚਲੋ ਮੈਂ ਵਰਤੂੰਗਾ, ਪਰ ਜੀ ਜਿੰਨਾ ਗੰਦ ਅਕਾਲੀ ਦਲ ਦੀ ਸਰਕਾਰ ਨੇ 10 ਸਾਲ 'ਚ ਪਾਇਆ ਸੀ, ਜੀ ਕਾਂਗਰਸ ਨੇ ਉਹਨਾਂ ਗੰਦ 5 ਸਾਲ 'ਚ ਪਾਤਾ। ਜੀ ਲੋਕ ਚਾਹੁੰਦੇ ਸੀ ਕੋਈ ਰਾਹਤ, ਜੀ ਵੀ ਜੋ ਕੁਛ ਪਹਿਲਾਂ 10 ਸਾਲ ਹੁੰਦਾ ਰਿਹਾ ਉਹ ਅਗਲੇ 5 ਸਾਲਾਂ 'ਚ ਉਹ ਠੀਕ ਹੋ ਜਾਏ। ਜੀ ਹੋਇਆ ਉਸ ਦੇ ਉਲਟ। ਇਹਨਾਂ ਨੇ ਤਾਂ ਸਿਰੇ ਲਾਤਾ ਸਾਰਾ ਕੁਛ ਹੀ। ਜੇ ਕੈਪਟਨ ਸਾਹਿਬ ਨੇ ਕੁਛ ਐਕਸ਼ਨ ਕੀਤੇ ਹੁੰਦੇ, ਮੈਂ ਐਗਜ਼ਾਮਪਲ 2 ਦਿਨ ਹੈ ਜੀ। ਅੱਜ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ, ਹਾਂਜੀ, ਆਪਣੇ ਸਮੇਤ ਸਿੰਘ ਸੈਣੀ ਦੇ ਖਿਲਾਫ ਸੁਪਰੀਮ ਕੋਰਟ ਨੇ ਅਲਟੀਮੇਟਲੀ ਬੜੀ ਤਿੱਖੀ ਟਿੱਪਣੀ ਕੀਤੀ ਹੈ। ਜੀ ਅਤੇ ਇਹ ਜੇ ਸਾਲ ਪਹਿਲਾਂ ਸਾਰਾ ਕੁਛ ਹੋਇਆ ਹੁੰਦਾ ਤਾਂ ਸੀਨ ਹੋਰ ਹੁੰਦਾ। ਭਾਵੇਂ ਆਪਾਂ ਮੰਨ ਕੇ ਤੁਰਦੇ ਹਾਂ ਜੋ ਅਕਾਲੀ ਕਹਿੰਦੇ ਝੂਠਾ ਕੇਸ ਹੈ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ, ਆਪਾਂ ਮੰਨ ਕੇ ਤੁਰ ਗਏ ਜੀ, ਲੇਕਿਨ ਇਹ ਪਰਸੈਪਸ਼ਨ ਬਿਲਡ ਹੋਈ ਵੀ, ਇੱਕ ਗੱਲ ਪਰਸੈਪਸ਼ਨ ਦੀ ਹੈ ਵੀ ਬਾਦਲਾਂ ਨਾਲ ਮਿਲੇ ਹੋਇਆ ਸੀ ਕੈਪਟਨ ਬਾਦਲਾਂ ਨਾਲ ਮਿਲਿਆ ਸੀਗਾ ਵੀ ਬਿਕਰਮ ਬਾਰੇ ਵੀ ਮੈਂ ਕਹਿੰਦਾ ਬਿਲਕੁਲ ਇਨੋਸੈਂਟ ਹੋਊਗਾ, ਉਹਦਾ ਕੋਈ ਰੋਲ ਨਹੀਂ ਹੋਏਗਾ। ਪਰਸੈਪਸ਼ਨ ਹੈ ਇੱਕ, ਲੋਕ ਚਾਹੁੰਦੇ ਸੀ ਵੀ ਐਕਸ਼ਨ ਹੋਵੇ ਜੀ। ਹੁਣ ਜਦੋਂ ਹੋਇਆ, ਇਲੈਕਸ਼ਨ ਹੋ ਚੁੱਕੀ ਸੀ। ਜੇ ਸਰਕਾਰ ਨੇ ਪਹਿਲਾਂ ਐਕਟ ਕੀਤਾ ਹੁੰਦਾ, ਬਹੁਤ ਪਹਿਲਾਂ, ਤੇ ਐਕਸ਼ਨ ਹੋਇਆ ਹੁੰਦਾ। ਸਮੇਤ ਸੈਣੀ ਤੇ ਇਹ ਕੇਸ, ਇਹ ਕਿਵੇਂ ਹੋ ਸਕਦਾ ਕਿ ਸਮੇਤ ਸੈਣੀ ਦੇ ਖਿਲਾਫ ਕੋਈ ਕੇਸ ਹੀ ਨਾ ਚੱਲੇ? ਹਾਂਜੀ, ਕਮਾਲ ਦੀ ਗੱਲ ਹੈ ਜੀ। ਜਦੋਂ ਵੀ ਸਮੇਤ ਸੈਣੀ ਤੇ ਕੋਈ ਡਿੱਕਾ ਆਉਂਦਾ ਹੈ ਜਾਂ ਜਿਸ ਤਰ੍ਹਾਂ ਦੇ ਵੀ ਕੋਈ ਐਕਸ਼ਨ ਹੁੰਦਾ ਹੈ ਤਾਂ ਉਹ ਬਚ ਕੇ ਨਿਕਲ ਜਾਂਦੇ ਨੇ। ਉਹ ਤੁਸੀਂ ਕਿਸੇ ਪ੍ਰੋਗਰਾਮ ਅਲੱਗ ਰੱਖ ਲਿਓ, ਮੈਂ ਸਮਝਾਊਂਗਾ ਉਹ ਕੀ ਹੈ ਜੀ, ਮੈਂ ਉਹ ਤਾਂ ਵੀ ਡਿਟੇਲ ਦੱਸੂੰਗਾ ਕੀ ਹੈ। ਚਲੋ ਅੱਜ ਆਪਣਾ ਇਸ਼ੂ ਨਹੀਂ ਗਾ, ਜੀ ਜੀ, ਅੱਜ ਤਾਂ ਆਪਣਾ ਇਹੀ ਹੈ ਵੀ ਜੇ ਇਹ ਐਕਸ਼ਨ ਪਹਿਲਾਂ ਹੋਏ ਹੁੰਦੇ
ਤੇ ਜਿਹੜੇ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਬਿਲਡ ਹੋਈ ਬਦਲਾਅ ਵੀ ਕਾਂਗਰਸੀ ਅਕਾਲੀਆਂ ਤੋਂ ਵੀ ਮਾੜੇ ਹੈ, ਜੀ ਫਿਰ ਇਹ ਨਾ ਬਣਦੀ, ਫਿਰ ਬਦਲਾਅ ਦੀ ਗੱਲ ਨਾ ਹੁੰਦੀ। ਆਪਾਂ ਗੱਲ ਬਦਲਾਅ ਦੀ ਕਰਦੇ, ਬਦਲਾਅ ਕਿਉਂ ਹੋਇਆ ਸ਼ੁਰੂ? ਜੀ ਬਦਲਾਅ ਹੋਇਆ ਇਸੇ ਕਰਕੇ ਲੋਕਾਂ ਨੇ ਕਿਹਾ ਵੀ ਬਦਲਾਅ ਲੈ ਕੇ ਆਓ। ਲੋਕ ਕਹਿੰਦੇ ਆ, ਲੋਕਾਂ ਨਾਲ ਜਦੋਂ ਅਸੀਂ ਇਲੈਕਸ਼ਨ 'ਚ ਪਿੰਡਾਂ 'ਚ ਗੱਲ ਕਰਦੇ ਸੀ, ਉਹ ਕਹਿੰਦੇ ਇਹਨਾਂ ਨੂੰ ਵੀ ਦੇਖ ਲਿਆ, ਹਾਂ ਇਹਨਾਂ ਨੂੰ ਵੀ ਦੇਖ ਲਿਆ, ਗੱਲ ਤਾਂ ਉੱਥੇ ਹੀ ਹੈ। ਉੱਥੇ ਹੀ ਹੈ ਉਹ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਰਜ਼ੇ ਮਾਫ ਕਰੂੰਗਾ ਮੈਂ, ਜਾਂ ਕਾਂਗਰਸ ਪਾਰਟੀ ਕਹਿੰਦੀ ਸੀ। ਹੁਣ ਤਾਂ Yes. ਇੱਥੋਂ ਤੱਕ ਗੱਲ ਚੱਲ ਪਈ ਸੀ, ਪਰਸੈਪਸ਼ਨ ਸਰ ਉਲਟ ਵੀ ਦੇਖਣ ਨੂੰ ਕਈ ਥਾਈਂ ਸਮਝ ਆਈ। ਜਦੋਂ ਅਸੀਂ ਡੂੰਘਾਈ ਦੇ ਵਿੱਚ ਜਾਂਦੇ ਸੀ, ਲੋਕ ਕਹਿੰਦੇ ਸੀ ਵੀ ਕੈਪਟਨ ਨੂੰ ਤਾਂ ਇਹਨਾਂ ਨੇ ਘਰੇ ਜਾਣ ਕੇ ਬਿਠਾਇਆ ਸੀ ਕਾਂਗਰਸ ਪਾਰਟੀ ਨੇ, ਹਾਂ ਵੀ ਇਹ ਬਾਹਰ ਹੀ ਨਾ ਨਿਕਲ ਸਕੇ। ਮਤਲਬ ਉਲਟਾ ਵੀ ਕੰਮ ਚੱਲ ਪਿਆ ਸੀ ਵੀ ਇਹ ਸਾਰਾ ਠੀਕਰਾ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੇ ਨਹੀਂ, ਬਣਿਆ। ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਚਲੋ ਪਰਸੈਪਸ਼ਨ ਬਣੀ ਵੀ ਜੀ, ਹੈ, ਉਹ ਜੀ। ਤੁਹਾਡੀ ਗੱਲ ਠੀਕ ਹੈ, ਹੋ ਸਕਦੀ ਹੈ, ਲੇਕਿਨ ਇਹ ਬੜਾ ਡਿਸਾਈਸਿਵ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ। ਜੀ ਸਿਆਣਾ, ਇਸ਼ੂ ਦੀ ਸਮਝ, ਐਫੀਸ਼ੀਐਂਟ, 2 ਮਿੰਟ 'ਚ ਫੈਸਲੇ ਕਰਨੇ, ਸਭ ਕੁਝ ਸੀ। ਜੀ। 2002 ਤੋਂ 2007 ਦੀ ਸਰਕਾਰ ਦੇ ਵਿੱਚ ਇਹਨੇ ਚੰਗੇ ਕੰਮ ਕੀਤੇ। ਐਰਕੀ ਪਤਾ ਹੀ ਨਹੀਂ ਕੀ ਹੋਇਆ ਹੈ ਕਿ ਕੁਛ ਵੀ ਨਹੀਂ ਕੀਤਾ, ਔਰ ਉਲਟਾ ਕਰਪਸ਼ਨ ਸਿਰੇ ਤੇ ਲੱਗ ਗਈ। ਮਤਲਬ ਹੁਣ ਤਾਂ ਲੋਕ ਗੱਲ ਕਰ ਰਹੇ ਸੀ ਵੀ ਕਿੰਨੇ ਕਿਸ ਕਿਸ ਲੈਵਲ ਤੇ ਸੀਐਮ ਔਰ ਕੌਣ ਪੈਸੇ ਲੈ ਰਹੇ, ਸ਼ਰੇਆਮ ਹੀ ਹੋ ਗਿਆ ਸੀ ਖਬਰ। ਸਰੇਆਮ ਹੋ ਗਿਆ ਸੀਗਾ। ਹਾਂਜੀ, ਜਦੋਂ ਹਾਲਤ ਇਹ ਹੋ ਜੇ ਤੇ ਫਿਰ ਐਕਸ਼ਨ ਤਾਂ ਲੈਣਾ ਬਣਦਾ ਹੈ ਲੀਡਰਸ਼ਿਪ ਦਾ, ਔਰ ਜਦੋਂ ਲੀਡਰਸ਼ਿਪ ਨੇ ਐਕਸ਼ਨ ਲਿਆ ਉਹ ਬਹੁਤ ਲੇਟ ਹੋ ਗਏ ਸੀ। ਨੰਬਰ 2 ਤੇ ਕਾਂਗਰਸੀ ਖੁਦ ਹੀ ਆਤਮ ਹੱਤਿਆ ਕਰਨ ਦੇ ਰਾਹ ਤੇ ਸਾਰੇ ਲੀਡਰ ਤੁਰ ਪਏ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਜੇ ਬਦਲਣ ਤੋਂ ਬਾਅਦ ਪਾਰਟੀ ਯੂਨਾਈਟਿਡ ਤੁਰਦੀ ਫਿਰ ਗੱਲ ਵੱਖਰੀ ਸੀ। ਜੀ ਇਹ ਜਿਹੜੇ 3-4 ਟਾਪ ਦੇ ਲੀਡਰ ਸੀ, ਇਹ ਇੱਕ ਦੂਜੇ ਦੇ ਖਿਲਾਫ ਹੋ ਗਏ। ਜੀ ਸੋ ਬਿਲਕੁਲ ਹੀ ਲੋਕਾਂ ਤੋਂ ਇਹ ਕੱਟੇ ਗਏ। ਉਹਦੇ ਵਿੱਚ ਇਹ ਪਰਸੈਪਸ਼ਨ ਬਿਲਡ ਹੋਈ ਬਈ ਹੁਣ ਚੇਂਜ ਕਰੋ। ਚੇਂਜ ਦੇ ਵਿੱਚ ਅਲਟੀਮੇਟਲੀ ਗੱਲ ਕਿੱਥੇ ਪਹੁੰਚਦੀ ਹੈ ਉਹ 10 ਨੂੰ ਪਤਾ ਲੱਗੇਗੀ। ਜੀ ਸਰ, ਜੇ ਆਪਾਂ ਐਗਜ਼ਿਟ ਪੋਲ ਤੇ ਦੁਬਾਰੇ ਆਉਣੇ ਆ, ਇਹ ਕਹਿੰਦੇ ਜੀ ਕਾਂਗਰਸ 2 ਨੰਬਰ ਤੇ 3 ਨੰਬਰ ਤੇ ਕੋਈ ਕੁਝ ਕਹਿੰਦਾ ਹੈ, ਅਲੱਗ-ਅਲੱਗ ਇਹਨਾਂ ਦੇ ਆਈਡੀਆਜ਼ ਆਉਂਦੇ ਆ। ਪਰ ਜੇ ਪੰਜਾਬ ਦੇ ਲੋਕਾਂ ਦੀ ਵੋਟ ਨੂੰ ਸਮਝੀਏ ਜਾਂ ਉਹ ਪਰਸੈਂਟੇਜ ਨੂੰ ਸਮਝੀਏ, ਕਿਸ ਤਰ੍ਹਾਂ ਵੋਟ ਵੰਡੀ ਗਈ, ਕਿਉਂਕਿ ਭਾਜਪਾ ਨੇ ਵੀ ਐਂਟਰੀ ਕੀਤੀ ਆ ਕੇ, ਤੇ ਵੋਟ ਪਰਸੈਂਟੇਜ ਸ਼ਹਿਰੀ ਖੇਤਰਾਂ ਦੇ, ਪੇਂਡੂ ਖੇਤਰਾਂ ਦੇ ਵਿੱਚ ਖਾਸ ਕਰਕੇ ਜਾਤ ਤੇ ਧਰਮ ਦੇ ਨਾਂ ਤੇ ਵੀ ਰਾਜਨੀਤੀ ਹੋਈ, ਵੋਟਾਂ ਵੰਡੀਆਂ ਗਈਆਂ। ਡੇਰੇ ਵਾਲੀ ਵੋਟ ਵੀ ਭੁਗਤ ਦੀ ਆਪਾਂ ਮਾਲ ਵਿੱਚ ਦੇਖਦੇ ਹਾਂ। ਸਭ ਤੋਂ ਜ਼ਿਆਦਾ ਕੇਂਦਰ ਬਿੰਦੂ ਤਾਂ ਮਾਲਵਾ ਰਿਹਾ। ਇਹ ਸਾਰੇ ਫੈਕਟਰ ਕਿਤੇ ਨਾ ਕਿਤੇ ਇਹ ਕੰਮ ਨਹੀਂ ਕਰਨਗੇ ਜੀ? ਤੁਸੀਂ ਬਿਲਕੁਲ ਵਧੀਆ ਪੁਆਇੰਟ ਚੱਕਿਆ ਹੈ। ਜੇ ਡੇਰੇ ਦੀ ਵੋਟ ਬੀਜੇਪੀ ਤੇ ਅਕਾਲੀ ਦਲ ਦੇ ਹੱਕ 'ਚ ਭੁਗਤੀ ਮਾਲਵੇ ਦੇ ਵਿੱਚ, ਜੀ ਜਿੱਥੋਂ ਆਪ ਨੂੰ 11 ਸੀਟਾਂ ਦੇ ਰਹੇ ਹੈ, ਫਿਰ ਆਪ ਦੀਆਂ ਸੀਟਾਂ ਇੰਨੀਆਂ ਕਿਵੇਂ ਆ ਜਾਣਗੀਆਂ? ਇਹ ਕੁਐਸਚਨ ਮਾਰਕ ਹੈ। ਇਹ ਵੀ ਸਵਾਲੀਆ ਚਿੰਨ੍ਹ ਖੜਾ ਹੈ। ਬਿਲਕੁਲ, ਬੇਸਿਕ ਕਿਉਂਕਿ ਓਪਨ ਹੀ ਹੋ ਗਿਆ ਸੀ ਡੇਰੇ ਵਾਲਾ। ਤਾਂ ਜੇ ਡੇਰਾ ਹਾਂ। ਸਰਸਾ ਦੀ ਗੱਲ ਕਰੀਏ ਜਾਂ ਹੋਰ ਡੇਰਿਆਂ ਦੀ ਗੱਲ ਕਰੀਏ, ਕਈ ਡੇਰੇ ਨੇ ਪੰਜਾਬ ਦੇ ਵਿੱਚ, ਚਾਹੇ ਆਪਾਂ ਨਾਮ ਲੈਣਾ ਬਣਦਾ ਜਾਂ ਨਹੀਂ। ਨਹੀਂ, ਆਪਾਂ ਨਾਂ ਲੈ ਦਿੰਦੇ ਹਾਂ। 2 ਡੇਰੇ ਮੇਨ ਹੈ, ਜੀ ਡੇਰਾ ਸੱਚਾ ਸੌਦਾ ਤੇ ਡੇਰਾ ਰਾਧਾ ਸਵਾਮੀ। ਜੀ ਰਾਧਾ ਸਵਾਮੀਆਂ ਨੇ ਕਦੇ ਵੀ ਓਪਨਲੀ ਇਸ ਸਿਸਟਮ 'ਚ ਹਿੱਸਾ ਨਹੀਂ ਲਿਆ। ਜੀ। ਐਰਕੀ ਉਹਨਾਂ ਦੀ ਬਾਂਹ ਵੀ ਮਰੋੜੀ ਗਈ। ਜੀ ਜਦੋਂ ਮੋਦੀ ਜੀ ਨੂੰ ਮੁਲਾਕਾਤ ਹੋਈ ਇਹਨਾਂ ਦੇ ਹੈਡ ਦੀ, ਫਿਰ ਅਮਿਤ ਸ਼ਾਹ ਬਿਆਸ ਜਾ ਕੇ ਆਏ। ਜੀ ਉਹ ਸਧਾਰਨ ਮੁਲਾਕਾਤਾਂ ਨਹੀਂ ਸੀ ਮੈਨੂੰ ਲੱਗਦਾ, ਕਿਉਂਕਿ ਰਾਧਾ ਸਵਾਮੀ ਡੇਰੇ ਦੇ ਚੀਫ ਦਾ ਨਾਮ ਵੀ ਇੱਕ ਕੇਸ ਦੇ ਵਿੱਚ ਆਉਂਦਾ, ਜੀ ਈਡੀ ਕੋਰਟ ਕੇਸ ਹੋ ਗਈ। ਜੀ ਸੋ ਉਹ ਸਾਰਾ ਕੁਝ ਹੋਇਆ। ਸੋ ਮੇਰੀ ਤਾਂ ਬੇਸਿਕ ਕੰਟੈਂਸ਼ਨ ਇਹ ਹੈ ਇਸ ਐਗਜ਼ਿਟ ਪੋਲ ਦੇ ਕੰਟੈਕਸਟ ਦੇ ਵਿੱਚ, ਜੇ ਡੇਰਾ ਸੱਚਾ ਸੌਦਾ ਦੀ ਵੋਟ ਜਿਹੜੀਆਂ 30 ਸੀਟਾਂ ਹੈਗੀਆਂ ਉਹਨਾਂ ਤੇ ਜੀ ਅਕਾਲੀ ਦਲ ਬੀਜੇਪੀ ਦੇ ਹੱਕ 'ਚ ਭੁਗਤੀ ਹੈ, ਤੇ ਫਿਰ ਆਪ ਨੂੰ ਇਹ ਜਿਹੜਾ ਐਗਜ਼ਿਟ ਪੋਲ ਦਿਖਾ ਰਹੀ ਹੈ ਇਹ ਗਲਤ ਹੈ। ਇਹ ਕਿਤੇ ਨਾ ਕਿਤੇ ਜਿਹੜੇ ਇਹ ਪੋਲ ਕਰਨ ਵਾਲੇ ਨੇ, ਉਹਨਾਂ ਨੂੰ ਇਹ ਫੈਕਟਰਾਂ ਦੇ ਉੱਤੇ, ਗਰਾਊਂਡ ਜ਼ੀਰੋ ਦੇ ਉੱਤੇ ਸ਼ਾਇਦ ਕਿਤੇ ਨਾ ਕਿਤੇ ਕੋਈ ਕੂਚ ਰਹਿ ਗਈ ਹੋਵੇ, ਇਹਨਾਂ ਤੋਂ ਚੂਕ ਜਿਹੜੀ ਹੁੰਦੀ ਆ। ਨਹੀਂ, ਮੈਂ ਹੁਣ ਅੱਗੇ ਚੱਲਦਾ, ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਚੱਲਦੇ ਵੀ ਹੈ ਕੀ ਫਨਾਮਨਾ ਕੀ ਹੈ। ਜੀ ਜਿਹੜੀ ਗੱਲ ਮੈਂ ਕਿਹਾ ਸੀ ਪਹਿਲੇ ਸਵਾਲ ਦੇ ਵਿੱਚ ਹੀ, ਮੈਂ ਬਾਅਦ 'ਚ ਕਰਦਾ, ਮੈਂ ਉੱਥੇ ਆ ਹੀ ਜਾਣਾ। ਹੁਣ ਜੀ ਜਿਹੜਾ ਹੁਣ ਮੈਨੂੰ ਲੱਗ ਰਿਹਾ, ਕੋਵਿਡ ਦੇ ਵਿੱਚ ਜਿਹੜਾ ਕ੍ਰਿਕਟ ਸੀ, ਇਹ ਤਾਂ ਸੱਟਾ ਕ੍ਰਿਕਟ ਦੇ ਗੇਮਸ ਬੰਦ ਹੋ ਗਈਆਂ ਆਲਮੋਸਟ। ਹਾਂਜੀ, ਸਭ ਤੋਂ ਵੱਡਾ ਸੱਟਾ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਕ੍ਰਿਕਟ ਤੇ ਲੱਗ ਰਿਹਾ ਸੀ। ਬਿਲਕੁਲ ਜੀ। ਸੱਟਾ ਇਲੈਕਸ਼ਨ 'ਚ ਵੀ ਲੱਗਦਾ ਜੀ ਪੁਰਾਣਾ ਲੱਗਦਾ ਹਿੰਦੁਸਤਾਨ ਦੇ ਵਿੱਚ। ਹਾਂਜੀ, ਸੀਟ ਵਾਈਜ਼ ਲੱਗ ਰਿਹਾ ਹੈ ਜੀ, ਕੱਲੀ ਹਾਂ ਲੱਗਦਾ, ਸਾਰਾ ਲੱਗਦਾ। ਖਾਸ ਕਰਕੇ ਮੈਂ ਕੱਲ ਹੀ ਮਾਲਵੇ ਤੋਂ ਰਿਪੋਰਟ ਲੈ ਰਿਹਾ ਸੀ, ਹਾਂ। ਕਹਿੰਦੇ ਲੰਬੀ ਸੀਟ ਤੇ ਬੜਾ ਸੱਟਾ ਚੱਲ ਰਿਹਾ ਹੈ। ਹਾਂ, ਸੁਖਬੀਰ ਵਾਲੀ ਤੇ ਵੀ ਚੱਲ ਰਿਹਾ, ਚੰਨੀ ਹਾਂ। ਵਾਲੀ ਤੇ ਚੱਲ ਰਿਹਾ ਹੈ, ਹਾਂ। ਮਜੀਠੀ ਵਾਲੀ ਤੇ ਵੀ ਲਗਾਤਾਰ, ਚੱਲਦਾ ਸਾਰਾ। ਤੇ ਇਧਰੋਂ ਰਾਜੇ ਬੜਿੰਗ ਵਾਲੀ ਤੇ ਵੀ। ਉਹ ਹਰਿਆਣਾ ਦਾ ਸ਼ਹਿਰ ਹਾਂਸੀ ਹੈ, ਸ਼ਹਿਰ ਕੇ ਕਿਹੜਾ ਹੈ ਉੱਥੇ, ਉਹ ਕਹਿੰਦੇ ਵੀ ਉਹਨਾਂ ਦਾ ਸਿਸਟਮ ਉੱਥੋਂ ਸ਼ੁਰੂ ਹੁੰਦਾ ਸਾਰਾ। ਹਾਂਸੀ ਹੈ ਕਿ ਸ਼ਾਇਦ ਕੋਈ ਹੋਰ ਸ਼ਹਿਰ ਹੈ, ਕੋਈ ਜੀ। ਹੈ। ਜੀ
ਤੇ ਮੈਨੂੰ ਇਹਦੇ ਪਿੱਛੇ ਸਾਰੇ ਹੁਣ ਇੱਕ ਆਰਗੇਨਾਈਜ਼ਡ ਮਾਫੀਆ ਆਪਰੇਟ ਕਰਦਾ ਲੱਗਦਾ, ਇਹ ਸਾਰੇ ਐਗਜ਼ਿਟ ਪੋਲ ਦੇ ਪਿੱਛੇ ਐਗਜ਼ਿਟ ਪੋਲ ਦੇ ਪਿੱਛੇ ਜੀ। ਬਈ ਤੁਸੀਂ ਆ ਜਿਹੜੇ ਇਹ 72 ਘੰਟੇ ਹੈ ਇਹਦੇ 'ਚ ਪੈਸਾ ਲਵਾਓ ਲੋਕਾਂ ਦਾ ਜੀ ਤੇ ਚੈਨਲਸ ਨੂੰ ਮੈਨੀਪੂਲੇਟ ਕਰੋ ਜੀ ਚੈਨਲ ਤੋਂ ਜੋ ਮਰਜ਼ੀ ਕਰਵਾ ਲਓ ਤੁਸੀਂ, ਜੀ ਉਹਨਾਂ ਨੂੰ ਪੈਸੇ ਦਿਓ ਵੀ ਆ ਚੱਕੋ ਤੁਹਾਡਾ ਸ਼ੇਅਰ ਤੇ ਆਹ ਸਾਨੂੰ ਦਿਓ ਜੀ। ਤੇ ਰਿਜ਼ਲਟ ਜਦੋਂ ਉਸ ਤੋਂ ਉਲਟ ਹੋਣਗੇ ਉਹ ਤਾਂ ਕਰੋੜਾਂ ਰੁਪਇਆ ਕਮਾ ਗਏ, ਉਹ ਕਰੋੜਾਂ ਰੁਪਏ ਕਮਾਉਣ ਚੈਨਲ ਦੀ ਸੋ ਕ੍ਰੈਡੀਬਿਲਿਟੀ ਮੈਨੂੰ ਇਹ ਲੱਗ ਰਿਹਾ ਚੈਨਲਸ ਦੀ ਕ੍ਰੈਡੀਬਿਲਿਟੀ ਹਿੰਦੁਸਤਾਨ 'ਚ ਜ਼ੀਰੋ ਹੋ ਚੁੱਕੀ ਹੈ ਜੀ। 2-4 ਨੂੰ ਛੱਡ ਕੇ ਉਹਨਾਂ ਨੂੰ ਹੁਣ ਕੋਈ ਫਰਕ ਨਹੀਂ ਪੈਂਦਾ, ਉਹ ਸਿਰਫ ਪੈਸੇ ਕਮਾਉਣ ਲੱਗੇ ਹੋਏ ਹੈ। ਸੋ ਮੈਨੂੰ ਖਦਸ਼ਾ ਇਹ ਹੈ ਕਿ ਸਾਰੀ ਗੱਲ ਦੇ ਪਿੱਛੇ ਇੱਕ ਬਹੁਤ ਵੱਡਾ ਮਾਫੀਆ ਸੱਟੇ ਦਾ ਆਪਰੇਟ ਕਰ ਰਿਹਾ, ਜਿਹੜਾ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ ਦੋਨੋਂ ਮੈਨੀਪੂਲੇਟ ਕਰਦਾ ਹੈ ਜੀ। ਵੋਟ ਪੈਟਰਨ ਜੋ ਮਰਜ਼ੀ ਹੋਵੇ, ਵੋਟ ਪੈਟਰਨ ਆਪਾਂ ਨੂੰ ਪਤਾ ਹੈ ਪਿਛਲੇ ਵਾਰੀ ਕੀ ਸੀ, ਵੈਸਟ ਬੰਗਾਲ 'ਚ ਕੀ ਸੀ, ਜੇ ਆਪਾਂ ਉੱਥੇ ਨਿਗਾਹ ਮਾਰੀਏ ਆਪਾਂ ਨੂੰ ਪਤਾ ਵੀ ਗਲਤ ਹੈ ਸਾਰਾ ਕੁਝ ਜੀ। ਸੋ ਮੈਨੂੰ ਬੇਸਿਕ ਇਹ ਗੱਲ ਲੱਗ ਰਹੀ ਹੈ ਇਸ ਵੇਲੇ ਕਿ ਇਹਦੇ ਪਿੱਛੇ ਜ਼ਰੂਰ ਨਾ ਕਹੋ, ਮੇਰੀ ਐਪਰੀਹੈਂਸ਼ਨ ਹੈ ਕਿ ਇਹਦੇ ਪਿੱਛੇ ਮਾਫੀਆ ਆਪਰੇਟ ਕਰ ਰਿਹਾ ਹੈ ਸੱਟੇ ਬਾਜ਼ਾਰ ਦਾ। ਇਹ ਬਿਲਕੁਲ ਸਰ, ਇਹ ਤੁਹਾਡੀ ਗੱਲ ਠੀਕ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਸ਼ਹਿਰਾਂ ਦੇ ਵਿੱਚ ਅਸੀਂ ਦੇਖਣ ਨੂੰ ਮਿਲਦਾ, ਲੁਧਿਆਣੇ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਸੱਟਾ ਬਾਜ਼ਾਰ ਸਰਗਰਮ ਹੈ। ਹੋਰ ਮਾਫੀਆ ਵੀ ਜਿਹੜੇ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਇਹ ਟਾਰਗੇਟ ਵੀ ਕਰਦਾ ਹੈ, ਆਮ ਲੋਕ ਵੀ ਲਾਈ ਜਾਂਦੇ ਨੇ ਕਿ ਮੈਂ ਦੇਖ ਰਿਹਾ ਸੀ ਵੀ ਰਾਮਪੁਰਾ ਪੁਲਿਸ ਸੀਟ ਤੇ ਸਿਕੰਦਰ ਸਿੰਘ ਮਲੂਕਾ ਦੋ ਕਾਰਾਂ ਕਿਸੇ ਨੇ ਵੀਡੀਓ ਪਾਈਆਂ ਨੇ ਵੀ ਅਸੀਂ ਆਹ ਦੇਵਾਂਗੇ ਜੀ ਆਹ ਸੱਟਾ, ਮਤਲਬ ਇੰਨੇ ਲੱਖ ਰੁਪਈਆ ਵੀ ਧਰੀ ਜਾਂਦੇ ਨੇ ਉੱਥੇ ਵੀ, ਕਹਿੰਦੇ ਤੂੰ ਇਹਦੇ ਲਾ ਦੇ, ਕਦੇ ਲੱਖੇ ਤੇ ਲਾ ਦੇ, ਕਦੇ ਉਹ ਤੇ ਲਾ ਦੇ। ਇਹ ਸਰ ਪੰਜਾਬ ਜਾ ਕਿੱਧਰ ਨੂੰ ਰਿਹਾ? ਪੰਜਾਬੀਆਂ ਦੀ ਸਾਈਕੀ ਤਾਂ ਬੜੀ, ਉਹਨਾਂ ਨੂੰ ਤਾਂ ਵੋਟ ਪਾਉਣ ਬਹੁਤ ਸਿਆਣਪ ਨਾਲ ਵੋਟ ਪਾਉਂਦੇ ਨੇ ਪੰਜਾਬੀ। ਮਤਲਬ ਮੈਂ ਇਹ ਗੱਲ ਸਮਝ ਕੇ ਆਇਆ ਪਿੰਡਾਂ ਦੇ ਵਿੱਚ ਜਾ ਕੇ, ਉਹ ਆਪਣੇ ਦਿਲ ਦੀ ਗੱਲ ਨਹੀਂ ਦੱਸਦੇ, ਪਹਿਲਾਂ ਦੱਸ ਦਿੰਦੇ ਸੀ, ਪਹਿਲਾਂ ਸਾਡੇ ਤੋਂ ਕਢਵਾ ਲੈਂਦੇ ਸੀ ਲੀਡਰ, ਠੀਕ ਹੈ। ਹੁਣ ਕਹਿੰਦੇ ਵੀ ਸਿਆਣੇ ਹੋ ਗਏ, ਕੋਈ ਨਹੀਂ, ਝੰਡੇ ਵੀ ਇੱਕ ਥਾਂ ਹੀ ਐਂ ਲੱਗਣ ਨੂੰ, ਇੱਕ ਥਾਂ ਉਹ ਕਹਿੰਦੇ ਜੀ ਤੱਕੜੀ ਵਾਲੇ ਲਾ ਗਏ, ਉਸ ਤੋਂ ਬਾਅਦ ਕਹਿੰਦੇ ਜੀ ਪੰਜੇ ਵਾਲੇ ਲਾ ਗਏ। ਉਹ ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦਾ, ਖੁਦ ਇੱਕ ਮੇਰੇ ਦਿਮਾਗ 'ਚ ਆ ਗਈ ਜੀ, ਜਿਹੜੀ ਇਹ ਹੈ ਨਾ ਵੀ ਦਿਲ ਦੀ ਗੱਲ ਨਹੀਂ ਦੱਸਦੇ। ਹਾਂਜੀ, ਮੇਰੇ ਕੋਲ ਐਗਜ਼ਾਮਪਲ ਆਈ ਇੱਕ ਹੋਰ, ਕਿਸੇ ਦੋਸਤ ਨੇ ਮੈਨੂੰ ਦੱਸੀ ਜੀ ਸਰ। ਉਹਨਾਂ ਦੇ ਅੱਗੇ ਰਿਸ਼ਤੇਦਾਰ ਸੀਗੇ ਮਲੋਟ ਦੇ ਨਾਲ ਪਿੰਡ ਜਿਹੜਾ ਅਕਾਲੀਗੜ੍ਹ ਹੈ ਜੀ, ਉਹ ਟੱਬਰ ਵੀ ਜੱਦੀ ਪੁਸ਼ਤੀ ਅਕਾਲੀ ਜੋ ਦਾ ਅਕਾਲੀ ਦਲ ਬਣਿਆ ਔਰ ਉਹਦੇ ਨਾਲ ਜੀ। ਉਹ ਕਹਿੰਦੇ ਵੀ ਸਾਡੇ ਝੰਡੇ ਅਕਾਲੀ ਦਲ ਦੇ ਲੱਗੇ ਹੋਏ ਹੈ, ਅਸੀਂ ਪੈਸੇ ਵੀ ਅਕਾਲੀ ਦਲ ਨੂੰ ਦਿੰਦੇ ਜੀ, ਅਸੀਂ ਫਿਰਦੇ ਵੀ ਸੁਖਬੀਰ ਨਾਲ ਜੀ, ਵੋਟ ਨਹੀਂ ਪਾਉਣੀ, ਵੋਟ ਆਪ ਨੂੰ ਪਾਵਾਂਗੇ। ਬੜੀ ਇੰਟਰਸਟਿੰਗ। ਹਾਂਜੀ, ਉਹ ਅਥੈਂਟਿਕ ਸੀ, ਮਤਲਬ ਘਰ ਦੇ ਵਿੱਚੋਂ ਆਈ ਸੀ ਇਨਫੋਰਮੇਸ਼ਨ, ਬੜਾ ਨੇੜਿਓਂ ਦੇਖਣ ਨੂੰ ਮਿਲ ਰਿਹਾ ਜੀ। ਮਤਲਬ ਆਪਾਂ ਆਸ-ਪਾਸ ਵੀ ਜੇ ਨਿਗਾਹ ਮਾਰਦੇ ਹਾਂ ਤਾਂ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ, ਮਤਲਬ ਇਹਦਾ ਟਰੈਂਡ ਅਲੱਗ ਹੀ ਆ। ਮਤਲਬ ਕਿ ਕਈ ਪਿੰਡਾਂ ਦੇ ਵਿੱਚ ਮੈਂ ਜਾ ਕੇ ਜਦੋਂ ਵਿਚਰਦੇ ਸੀ, ਆਮ ਤਾਂ ਮੈਂ ਪੂਰੀ ਇਲੈਕਸ਼ਨ 'ਚ ਸਰ ਰਿਹਾ ਤੁਹਾਡੀ, ਜਿਵੇਂ ਤੁਸੀਂ ਗਾਈਡ ਕਰਦੇ ਵੀ ਜਾਓ ਯਾਰ ਪਿੰਡਾਂ 'ਚ ਵੜੋ, ਲੋਕਾਂ ਨੂੰ ਸਮਝੋ, ਉੱਥੇ ਜਾ ਕੇ ਪਤਾ ਲੱਗਦਾ ਵੀ ਘਰ ਦੇ ਵਿੱਚ ਨੂੰਹ ਅਲੱਗ ਵੋਟ 'ਤੇ ਹੈ, ਮੁੰਡਾ ਅਲੱਗ 'ਤੇ ਹੈ। ਹੁਣ ਆਜ਼ਾਦੀ ਪੰਜਾਬੀਆਂ ਨੇ ਆਪਣੇ ਜਵਾਕਾਂ ਨੂੰ ਇੰਨੀ ਕੁ ਦੇਤੀ ਵੀ ਤੁਸੀਂ ਆਪਦੇ ਹਿਸਾਬ ਨਾਲ ਵੋਟ ਪਾਓ। ਚੰਗੀ ਗੱਲ ਹੈ। ਪਹਿਲਾਂ ਹੁੰਦਾ ਸੀ ਵੀ ਬਾਪੂ ਕਹਿੰਦਾ ਸੀ ਵੀ ਆਪਾਂ ਇੱਧਰ ਪਾਉਣੀ ਹੈ, ਤਾਂ ਉਹ ਸਾਰਾ ਟੱਬਰ ਰਿਸ਼ਤੇਦਾਰ ਵੀ ਨਹੀਂ, ਹੁਣ ਬੱਚੇ ਕਹਿੰਦੇ ਬਾਪੂ ਇੱਧਰ ਪਾਉਣੀ ਹੈ, ਬਾਪੂ ਇੱਧਰ ਪਾਉਣੀ ਹੈ। ਬਾਪੂ ਤਾਂ ਉੱਥੇ ਹੀ ਅੜਿਆ ਹੋਇਆ। ਮੈਂ ਇਹ ਵੀ ਨੋਟ ਕੀਤੀ ਆ, ਉਹ ਕਹਿੰਦੇ ਵੀ ਅਸੀਂ ਤਾਂ ਭਾਈ ਆਪਦੇ ਜਿੱਥੇ ਪਾਉਣੇ ਆ ਉੱਥੇ ਪਾਉਣੀ ਆ, ਤੁਸੀਂ ਪਾ ਲਓ। ਐਰਕੀ ਫਿਨਾਮਨਾ ਹੋਰ ਵੀ ਦੇਖੋ ਨਾ ਜੀ, ਐਰਕੀ ਜਨਾਨੀਆਂ ਦੀ ਨੇ ਵੋਟ ਜ਼ਿਆਦਾ ਬੰਦਿਆਂ ਤੋਂ ਜ਼ਿਆਦਾ ਪਾਈ ਹੈ ਜੀ। ਉਹ ਡਾਟਾ ਚੱਕੋ ਇਲੈਕਸ਼ਨ ਕਮਿਸ਼ਨ ਦਾ ਜੀ, ਵਿਮਨ ਦਾ ਨੰਬਰ ਜ਼ਿਆਦਾ ਹੈ ਮੈਨ ਨਾਲੋਂ ਜੀ। ਇਹ ਰਿਫਲੈਕਟ ਕਿਵੇਂ ਹੋਏਗਾ ਅੱਗੇ, ਕਿਵੇਂ ਹੋਏਗਾ? ਉਹ ਬਹੁਤ ਕੁਛ ਹੈ। ਐਰਕੀ ਅਵੇਅਰਨੈਸ ਵੀ ਜਿਹੜੀ ਕਿਸਾਨ ਸਟਰਗਲ ਹੈ ਉਹਨੇ ਵੋਟਾਂ ਤੇ ਪੈਣ ਤੇ ਅਸਰ ਭਾਵੇਂ ਨਾ ਪਾਇਆ ਹੋਵੇ ਕੋਈ ਜੀ, ਲੇਕਿਨ ਜਿਹੜੀ ਪੰਜਾਬੀਆਂ ਦੀ ਅਵੇਅਰਨੈਸ ਹੈ, ਅਨਲਾਈਟਨਮੈਂਟ ਹੈ, ਉਹ 'ਤੇ ਅਸਰ ਪਾਇਆ। ਪੰਜਾਬ ਪਹਿਲੀ ਵਾਰੀ ਇੰਨਾ ਅਵੇਅਰ ਹੋਇਆ, ਜਦਕਿ ਸੰਘਰਸ਼ ਇੱਥੇ ਪਹਿਲਾਂ ਵੀ ਹੁੰਦੇ ਰਹੇ ਹੈ ਜੀ, ਲੇਕਿਨ ਪਹਿਲੀ ਵਾਰ ਮਾਸ ਲੈਵਲ 'ਤੇ ਇਸ ਤਰੀਕੇ ਨਾਲ ਸਣੀਆਂ ਔਰਤਾਂ ਪੰਜਾਬ ਦੇ ਲੋਕਾਂ ਨੇ ਇੱਕ ਲੜਾਈ ਲੜੀ, ਉਹ ਜਿੱਤੀ। ਉਹ ਅਸਰ ਖਿੰਡ ਪੁੱਟ ਗਿਆ, ਗੱਲ ਵੱਖਰੀ ਹੈ, ਉਹਦਾ ਬਾਕੀ ਗੱਲ ਦਾ ਕੋਈ ਲੈਣ ਦੇਣ ਨਹੀਂ, ਲੇਕਿਨ ਇੱਕ ਅਵੇਅਰਨੈਸ ਆਈ, ਉਹਨੇ ਚੇਂਜ ਦੀ ਗੱਲ ਕੀਤੀ ਜੀ। ਬਈ ਇਹ ਖੜਾ ਛਡਾਓ ਜਿਹੜੇ ਰਵਾਇਤੀ ਪਾਰਟੀਆਂ, ਆਲਟਰਨੇਟਿਵ ਕੀ ਅੱਗੇ ਹੈ ਨਹੀਂ ਸੀ ਇਫੈਕਟਿਵ। ਇਹ ਜ਼ਰੂਰ ਰਿਹਾ ਜੀ। ਅਕਸਰ ਜਿਹੜਾ ਬਦਲਾਅ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ, ਜੇ ਆਪਾਂ ਐਗਜ਼ਿਟ ਪੋਲ ਤੋਂ ਬਾਅਦ ਬਦਲਾਅ 'ਤੇ ਜਾਂਦੇ ਹਾਂ, ਮੁੱਦਿਆਂ 'ਤੇ ਜਾਂਦੇ ਹਾਂ ਪੰਜਾਬ ਦੇ, ਤਾਂ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਸੀ ਯਾਰ ਹੁਣ ਤਾਂ ਬਦਲੋ, ਸਿਸਟਮ ਤਾਂ ਬਦਲੋ। ਹੁਣ ਕਿੱਧਰ ਨੂੰ ਬਦਲਾਅ ਹੈ, ਇਹ ਵੀ ਬੜਾ ਇੰਪੋਰਟੈਂਟ ਸੀਗਾ ਸਰ। ਉਹ ਬਦਲਾਅ ਦੀ ਪਰਿਭਾਸ਼ਾ ਉਹਨਾਂ ਦੀ ਇੰਡੀਕੇਸ਼ਨਾਂ ਤੋਂ ਇਹ ਸਮਝ ਆਉਂਦੀ ਸੀ ਵੀ ਉਹ ਬਦਲਾਅ ਇਹ ਨਹੀਂ ਹੈਗਾ ਵੀ ਉਹ ਆਪ ਚਾਹੁੰਦੇ ਆ, ਉਹ ਕਹਿੰਦੇ ਇਹਨਾਂ ਨੂੰ ਹਰਾ ਦਿਓ ਯਾਰ, ਇਹਨਾਂ ਨੂੰ ਹਰਾ ਦਿਓ। ਪੰਜਾਬ ਦੇ ਵਿੱਚ ਅੱਗੇ ਵੀ ਟ੍ਰੈਂਡ ਹੁੰਦਾ ਸੀ ਵੀ ਇਹਨੂੰ ਹਰਾਉਣਾ, ਇਹਨੂੰ ਹਰਾਉਣਾ ਜੀ।
ਜਿਤਾਉਣਾ ਨਹੀਂ। ਪੰਜਾਬ ਦੇ ਵਿੱਚ ਐਤਕੀ 117 ਇਲੈਕਸ਼ਨਾਂ ਲੜੀਆਂ ਗਈਆਂ ਜੀ। ਇਸੇ ਕਰਕੇ ਜਿਹੜੀ ਪ੍ਰੋਡਿਕਸ਼ਨ ਹੈ ਨਾ ਉਹ ਮੁਸ਼ਕਲ ਹੈ। ਇਹ ਐਗਜ਼ਿਟ ਪੋਲ ਜੋ ਮਰਜ਼ੀ ਕਹਿੰਦੀ ਰਹੇ, ਹਰ ਇੱਕ ਸੀਟ ਦਾ ਵੱਖਰਾ ਨੇਚਰ, ਵੱਖਰਾ ਕੰਟੈਂਟ, ਵੱਖਰੇ ਇਸ਼ੂਸ, ਬਿਲਕੁਲ ਜੀ, ਉਹ ਸਾਰਾ ਕੁਝ ਹੀ ਅਲੱਗ-ਅਲੱਗ ਸੀਗਾ ਜੀ। ਜੋ ਅੰਮ੍ਰਿਤਸਰ ਸੈਂਟਰਲ ਦਾ ਟ੍ਰੈਂਡ ਹੈ ਉਹ ਅੰਮ੍ਰਿਤਸਰ ਈਸਟ ਜਿੱਥੋਂ ਨਵਜੋਤ ਸਿੰਘ ਸਿੱਧੂ ਲੜ ਰਿਹਾ ਉਹ ਨਹੀਂ ਹੈ ਜੀ। ਬਿਲਕੁਲ ਹੁਣ ਇੱਕ ਸ਼ਹਿਰ ਦੀ ਮੈਂ ਤੁਹਾਨੂੰ 2 ਐਗਜ਼ਾਮਪਲ ਦੇ ਦਿੱਤੀਆਂ। ਹਾਂਜੀ, ਸੋ ਜੋ ਲੰਬੀ ਹੈ ਜੀ, ਉਹ ਧੂਰੀ ਨਹੀਂ ਹੈ। ਬਿਲਕੁਲ ਜੀ। ਹਾਂਜੀ, ਧੂਰੀ ਦੇ ਹਾਲਾਤ ਵੀ ਅਲੱਗ ਹੀ ਨਜ਼ਰ ਆਏ ਇਸ ਵਾਰੀ। ਹਾਂ, ਇਸ ਤਰ੍ਹਾਂ ਹੀ ਇਸੇ ਕਰਕੇ ਮਤਲਬ ਇਹ ਲਹਿਰ ਦਾ ਅਸਰ ਜਿਹੜਾ ਉੱਥੇ, ਹਾਂ, ਜਿੰਨੀ ਜੇ ਕਹਿੰਦੇ ਸੀ ਵੀ ਆਪ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਹੈ, ਤਾਂ ਭਗਵੰਤ ਮਾਨ ਨੂੰ ਉੱਥੇ ਪੂਰੀ ਫਾਈਟ ਕਰਨੀ ਪੈ ਰਹੀ ਹੈ। ਜਿੱਤਣਾ ਤਾਂ ਹਜੇ ਪਰਸੋਂ ਪਤਾ ਲੱਗ ਜੂਗਾ, ਹਾਂ, ਉਹ ਗੱਲ ਵੱਖਰੀ ਹੈ। ਤੇ ਪਰ ਉਹਦੇ ਲਈ ਉੱਥੇ ਸੌਖਾ ਨਹੀਂ ਰਿਹਾ। ਗੋਲਡੀ ਨੇ ਮਤਲਬ ਪੂਰੇ ਸਿੰਘ ਵਸਾਏ ਰੱਖੇ ਉੱਥੇ। ਸਫਾਈ ਰੱਖੇ। ਮਤਲਬ ਲੋਕ ਕਹਿੰਦੇ ਸੀ ਵੀ ਇਸ ਬੰਦੇ ਨੇ ਕੰਮ ਕੀਤੇ ਆ, ਜਿਹਨੇ ਕੰਮ ਕੀਤੇ ਆ ਲੋਕ ਉਹਨੂੰ ਪਸੰਦ ਵੀ ਕਰਦੇ ਨਜ਼ਰ ਆਏ, ਚਾਹੇ ਉਹ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਸੀ। ਤੁਸੀਂ ਬਠਿੰਡੇ ਦੀ ਕਲਾਸਿਕ ਐਗਜ਼ਾਮਪਲ ਲਓ। ਜੀ। ਅਕਾਲੀ ਦਲ ਦਾ ਕੈਂਡੀਡੇਟ ਸਟੇਜ ਤੋਂ ਕਹਿ ਰਿਹਾ ਸ਼ਹਿਰ ਦੇ ਵਿੱਚ, ਜੀ। ਬਠਿੰਡਾ ਸਿਟੀ ਜਿੱਥੇ ਮਨਪ੍ਰੀਤ ਸਿੰਘ ਬਾਦਲ ਇਲੈਕਸ਼ਨ ਲੜੇ ਹੈ, ਜੀ। ਉਹਨਾਂ ਦਾ ਕੈਂਡੀਡੇਟ ਅਕਾਲੀ ਦਲ ਦਾ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਸਟੇਜ ਤੋਂ, ਕਹਿੰਦੇ ਸੁਖਬੀਰ ਜੀ ਤੁਸੀਂ ਲੋਕਾਂ ਨੂੰ ਐਕਸਪਲੇਨ ਕਰੋ ਕਿ ਤੁਸੀਂ ਮੇਰੀ ਸਪੋਰਟ ਕਰ ਰਹੇ ਜੀ। ਮਨਪ੍ਰੀਤ ਬਾਦਲ ਨੂੰ ਵੋਟਾਂ ਨਹੀਂ ਪਵਾ ਰਹੇ ਜੀ। ਹੁਣ ਇਹ ਕਿਆ ਕਮਾਲ ਦੀ ਡਾਇਮੈਂਸ਼ਨ ਹੈ ਇਲੈਕਸ਼ਨ ਦੀ। ਇਹ ਪੰਜਾਬ 'ਚ ਹੀ ਹੋ ਸਕਦਾ ਮੇਰੇ ਖਿਆਲ ਦੇ ਵਿੱਚ। ਪੰਜਾਬ 'ਚ ਹੋ ਸਕਦਾ, ਗਿੱਦੜਬਾਹੇ ਦੇ ਵਿੱਚ ਵੀ ਇੱਦਾਂ ਰਿਹਾ ਜੀ। ਹਾਂ, ਗਿੱਦੜਵੇ ਸਾਰੇ ਇਕੱਠੇ ਹੋ ਗਏ, ਸਾਰੇ ਸਾਰੇ ਬਾਦਲ ਪਰਿਵਾਰ ਕਹਿੰਦੇ ਵੀ ਵੜਿੰਗ ਨੂੰ ਹਰਾਉਣਾ ਹੈ, ਉੱਥੇ ਸਾਰੇ ਇਕੱਠੇ ਹੋ ਗਏ। ਇਹੀ ਐਗਜ਼ਾਮਪਲ ਸਰ ਜਿਵੇਂ ਤੁਸੀਂ ਮਲੋਟ ਦੀ ਦਿੱਤੀ ਹੈ ਨਾ, ਗਿੱਦੜਬਾਹੇ ਦੇ ਵਿੱਚ ਵੀ ਮੈਨੂੰ ਕਈ, ਮੈਂ ਹਲਕਿਆਂ ਦੇ ਵਿੱਚ ਅੰਦਰ ਜਾ ਕੇ ਪਿੰਡਾਂ 'ਚ ਦੇਖਿਆ ਤਾਂ ਲੋਕ ਕਹਿੰਦੇ ਸੀ ਵੀ ਅਸੀਂ ਹੈਗੇ ਤਾਂ ਰਾਜੇ ਵੜਿੰਗ ਨਾਲ ਹੈ, ਪਰ ਇਸ ਵਾਰੀ ਹਰਾਉਣਾ ਰਾਜਾ ਲਾਜ਼ਮੀ ਹੈ। ਹਾਂ, ਮੈਂ ਮੈਂ ਆਖਿਆ ਯਾਰ ਇਹ ਕੀ ਚੱਕਰ ਹੈ ਵੀ ਤੁਸੀਂ ਹੈਗੇ ਤਾਂ ਉਹਦੇ ਨਾਲ ਹੀ, ਉਹੀ ਤੁਹਾਡੇ ਲਈ ਐਗਜ਼ਾਮਪਲ ਸਰ ਸੈੱਟ ਰਹੀ। ਮਤਲਬ ਇਸ ਵਾਰੀ ਅਲੱਗ ਹੀ ਤਰ੍ਹਾਂ ਦੇ ਸਮੀਕਰਨ ਨੇ ਜੀ ਪੰਜਾਬ। ਨਹੀਂ, ਜਿਹੜੀ ਐਰੋਗੈਂਸ, ਇਹ ਜਿਹੜੀ ਰੂਲਿੰਗ ਐਲੀਟ, ਮੈਂ ਐਲੀਟ ਕਹਿੰਦਾ ਹੁੰਦਾ, ਇਹ ਗਰੁੱਪ ਬਣ ਗਿਆ। ਗਰੁੱਪ ਬਣ ਗਿਆ। ਮੈਂ ਮਾਫੀਆ ਲਫ਼ਜ਼ ਅਜੇ ਨਹੀਂ ਵਰਤਦਾ, ਸ਼ਾਇਦ ਜੇ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ ਮਾਫੀਆ ਬਣ ਜਾਣਾ, ਰੂਲਿੰਗ ਮਾਫੀਆ ਬਣ ਜਾਣਾ ਜੀ। ਇਹਨਾਂ 'ਚ ਐਰੋਗੈਂਸ ਬਹੁਤ ਆਈ ਹੋਈ ਹੈ। ਬਿਲਕੁਲ ਜੀ। ਉਹ ਕੁਛ ਟੱਬਰ ਹੈ ਜਿਹੜੇ ਪੰਜਾਬ 'ਤੇ ਰਾਜ ਕਰਦੇ, ਪਾਰਟੀ ਛੱਡ ਦਿਓ ਜਿਹੜੀ ਵੀ ਹੈ। ਜੀ। ਰਾਜਾ ਵੜਿੰਗ ਦੀ ਬੀਵੀ ਨੂੰ ਕੀ ਲੋੜ ਹੈ ਕਿ ਉਹ 4 ਪੁਲਸੀਏ 5 ਲੈ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਵੜੇ? ਜੀ। ਦਿਸ ਐਰੋਗੈਂਸ ਨਾ ਫਾਰ ਦੈਟ ਮੈਟਰ। ਕੋਈ ਵੀ ਹੋਰ ਜਿਹੜੀ ਕਿਸੇ ਆਪਣੇ ਮਿਨਿਸਟਰ ਦੀ ਵਾਈਫ ਕੰਪੇਨ ਕਰ ਰਹੀ ਹੈ, ਉਹਦੇ ਨਾਲ 4-4 5-5 ਪੁਲਿਸ ਵਾਲੇ ਕਾਹਦੇ ਵਾਸਤੇ? ਵੀ ਉਹਨਾਂ ਵਾਸਤੇ। ਜੀ। ਆਹ ਪੰਜਾਬ ਦੇ ਸੀਐਮ ਨਾਲ ਇੱਕ ਪੂਰੀ ਬਟਾਲੀਅਨ ਉਹਦੀ ਸਿਕਿਉਰਿਟੀ ਵਾਸਤੇ ਕਾਹਦੇ ਵਾਸਤੇ? ਨਾਲ, ਉਹਦੀ ਕੁੜੀ ਨਾਲ, ਨੂੰਹ ਨਾਲ। ਦੁਨੀਆ ਦੇ ਕਿਹੜੇ ਮੁਲਕ ਦੇ ਵਿੱਚ ਇਸ ਤਰ੍ਹਾਂ ਮਿਸਯੂਜ਼ ਹੁੰਦਾ ਹੈ? ਕੈਪਟਨ ਅਮਰਿੰਦਰ ਸਿੰਘ ਨਾਲ ਵੀ ਲਾ ਲਓ ਤੁਸੀਂ, ਸੁਖਬੀਰ ਨਾਲ, ਪੰਜਾਬ ਸੀਐਮ ਨਾਲ ਮੈਂ ਕਹਿ ਰਿਹਾ, ਪੰਜਾਬ ਸੀਐਮ ਨਾਲ ਵੀ ਰਹੀ ਹੈ। ਬਿਲਕੁਲ ਜੀ। ਐਕਸ ਸੀਐਮ ਨੂੰ ਕਿਉਂ ਕਰੋੜ ਰੁਪਏ ਦੀ ਗੱਡੀ ਮਿਲੇ? 6-7 ਪਲਟਨ ਨਾਲ ਚੱਲਦੀਆਂ, ਪਾਰਟੀ ਨਾਲ 100 ਬੰਦਾ ਨਾਲ ਚੱਲਦਾ ਹੈ ਸਰਕਾਰੀ ਖਜ਼ਾਨੇ ਚੋਂ ਪੰਜਾਬ ਦੇ ਲੋਕਾਂ ਦੇ। ਇਹ ਤਮਾਸ਼ਾ ਕੀ ਹੈ? ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਕੁਐਸਚਨ ਕਰਨ, ਪਿੰਡਾਂ 'ਚ ਨਾ ਵੜਨ ਦੇਣ। ਪਰ ਹੁਣ ਤਾਂ ਇਲੈਕਸ਼ਨ ਹੋ ਗਈ। ਮੈਂ ਪੰਜਾਬ ਦੇ ਟ੍ਰੈਂਡ ਦੀ ਗੱਲ ਕਰ ਰਿਹਾ ਕਿ ਲੋਕ ਕਿਉਂ ਤੰਗ ਹੈ। ਉਸ ਪ੍ਰੋਸੈਸ ਦੇ ਵਿੱਚ ਜਿਹੜੀ ਇਹ ਜਮਾਤ ਹੈ ਇਹ ਲੋਕਾਂ ਤੋਂ ਕੱਟੀ ਜਾ ਰਹੀ ਹੈ। ਇਲੈਕਸ਼ਨ ਜਿੱਤ ਜਾਂਦੇ ਹੈ, ਮੁੜ ਕੇ ਇਹ ਇਹਨਾਂ ਨੂੰ ਪੁਲਿਸ ਵਾਲੇ ਘੇਰਾ ਪਾ ਲੈਂਦੇ ਹੈ ਵੀ ਤੁਸੀਂ ਲੋਕਾਂ ਨੂੰ ਨਹੀਂ ਮਿਲਣਾ, ਲੋਕਾਂ ਨੂੰ ਧੱਕੇ ਵੱਜਦੇ ਆ। ਸੁਖਬੀਰ ਸਿੰਘ ਬਾਦਲ ਦਾ ਵੀ ਇਹੀ ਹਾਲ ਹੈ ਜੀ। ਅਸੀਂ ਦੇਖਿਆ ਮਾਲਵੇ ਦੇ ਵਿੱਚ ਜਦੋਂ ਲੋਕਾਂ ਨੂੰ, ਕਿਉਂਕਿ ਸਭ ਤੋਂ ਜ਼ਿਆਦਾ ਐਂਟੀ ਇਨਕੁਐਂਸੀ ਅਕਾਲੀ ਦਲ ਦੇ ਖਿਲਾਫ ਮਾਲਵੇ 'ਚੋਂ ਨਜ਼ਰ ਆਈ। ਲੋਕ ਕਹਿੰਦੇ ਸੀ ਇਹ ਅਕਾਲੀ ਦਲ ਨੂੰ ਤਾਂ ਚਲਾਈ ਅਫਸਰਸ਼ਾਹੀ ਰਹੀ ਹੈ। ਉਹ 2-3 ਅਫਸਰ ਨੇ ਕਹਿੰਦੇ ਜਿਹੜੇ ਸੁਖਬੀਰ ਨੂੰ ਘੁਮਾਉਂਦੇ ਨੇ। ਅਕਾਲੀ ਦਲ ਕਿਤੇ ਪਹਿਲਾਂ ਜਥੇਦਾਰ ਚਲਾਉਂਦੇ ਹੁੰਦੇ ਸੀ, ਹੁਣ ਕਹਿੰਦੇ ਵੀ 2-3 IAS ਅਫਸਰ ਚਲਾਉਂਦੇ ਨੇ। ਮੈਂ ਦੇਖੋ ਅਕਾਲੀ ਦਲ ਦਾ, ਮੈਂ 6 ਪੋਲਿਟਿਕਸ ਦਾ ਸਟੂਡੈਂਟ ਹੈ ਜੀ। ਤੁਸੀਂ ਤਾਂ ਸਰ ਬੁਰਾ ਡੰਗਾਈ। ਮੈਂ ਫਰਵਰੀ 79 ਤੋਂ, ਮੈਂ ਮਹੀਨਾ ਵੀ ਦੱਸ ਦੇਣਾ ਨਾ ਜੀ, ਮਾਰਚ 79 ਤੋਂ ਮੈਂ ਸਿੱਖ ਪੋਲਿਟਿਕਸ ਕਵਰ ਕਰਨੀ ਸ਼ੁਰੂ ਕੀਤੀ ਜਦੋਂ ਮੇਰੀ ਟ੍ਰਾਂਸਫਰ ਅੰਮ੍ਰਿਤਸਰ 'ਚ ਹੋਈ ਜੀ। ਜਰਨੈਲ ਸਿੰਘ ਭਿੰਡਰਾਲੇ ਅਜੇ ਉਦੋਂ ਸੀਨ 'ਤੇ ਆਏ ਹੀ ਸੀਗੇ, ਹਜੇ ਲੋਕ ਜਾਣਦੇ ਨਹੀਂ ਸੀ ਉਹਨਾਂ ਨੂੰ। ਉਹ ਪੀਰੀਅਡ ਹੈ ਜੀ। ਅਕਾਲੀ ਦਲ ਤਾਂ ਆਮ ਲੋਕਾਂ ਦੀ ਪਾਰਟੀ ਸੀ, ਦਫ਼ਤਰ ਅੰਮ੍ਰਿਤਸਰ ਸੀ, ਲੋਕਾਂ ਨੇ ਆਉਣਾ ਜਾਣਾ, ਲੀਡਰ ਬੈਠੇ ਹੈ, ਉਹ ਖੁੱਲ੍ਹੀ ਗੱਲਬਾਤ। ਸਰਕਾਰ ਉਸ ਵੇਲੇ ਅਕਾਲੀ ਦਲ ਦੀ ਸੀ, ਬਾਦਲ ਸਾਹਿਬ ਨੇ ਆਉਣਾ ਅੰਮ੍ਰਿਤਸਰ, ਉਹਨਾਂ ਦੇ ਵੀ ਲੋਕਾਂ ਨੇ ਚੱਕ ਦੇਣਾ ਕੰਮ, ਬਈ ਤੁਸੀਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਉਹ ਕੋਈ ਬਾਦਰ ਨਹੀਂ ਸੀ ਕਰਦਾ ਵੀ ਸੀਐਮ ਹੈ ਜੀ। ਉਸ ਘੇਰੇ ਦੇ ਵਿੱਚ ਬਾਹਰ ਜੋ ਮਰਜ਼ੀ ਤੁਸੀਂ ਕਰੀ ਚੱਲੋ, ਲੇਕਿਨ ਅੰਦਰ ਉਹ ਜਿਵੇਂ ਨਾਰਮਲ ਲੋਕਾਂ ਦੀ ਗੱਲਬਾਤ ਹੁੰਦੀ ਹੈ ਉਸ ਤਰ੍ਹਾਂ ਚੱਲਦੀ ਸੀ। ਲੋਕਾਂ ਦੀ ਪਾਰਟੀ ਸੀ, ਲੋਕਾਂ ਦੀ ਪਾਰਟੀ ਸੀ ਹਾਂਜੀ, ਸ਼ੁਰੂ ਤੋਂ।
ਇਸੇ ਤਾਂ ਗੁੱਸਾ ਲੋਕਾਂ ਦੇ ਵਿੱਚ ਹੁਣ ਜਿਹੜਾ ਗੁੱਸਾ ਹੈ ਜੀ ਜਥੇਦਾਰਾਂ ਦੇ ਵਿੱਚ, ਹੁਣ ਜਦੋਂ ਅਕਾਲੀ ਇਹ ਗੱਲ ਕਹਿਣ ਲੱਗ ਜਾਣ ਵੀ ਯਾਰ ਇਸ ਵਾਰੀ ਨਾ ਇਹਨੂੰ ਸਾਡੇ ਵਾਲਿਆਂ ਨੂੰ ਸਿੱਧੇ ਕਰਨਾ ਹੈ, ਹਾਂ ਮਤਲਬ ਉਹ ਕਹਿੰਦੇ ਹੈ ਤਾਂ ਸਾਡੇ ਵਾਲੇ ਹੀ ਹੈ ਪਰ ਸਿੱਧੇ ਕਰਨੇ ਹੈ। ਮੈਂ ਗੱਲ ਕਰ ਰਿਹਾ, ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਤਾਂ ਲੋਕਾਂ ਨੂੰ ਮਿਲਦਾ, ਮੈਂ ਤਾਂ ਇੰਨਾ ਟਾਈਮ ਹੋ ਗਿਆ ਘੁੰਮਦਾ ਰਿਹਾ ਲੋਕਾਂ ਦੀ, ਮੈਂ ਸਮਝਦਾ ਮੈਂ ਬਹੁਤ ਨੇੜੇ ਆ। ਲੋਕ ਕਹਿੰਦੇ ਨੇ ਭਾਈ ਜੇ ਸੁਖਬੀਰ ਨੂੰ ਮਿਲਣਾ ਹੋਵੇ ਤਾਂ ਪਹਿਲਾਂ ਇੱਕ IAS ਅਫਸਰ ਦੀ ਸਲਾਹ ਲੈਣੀ ਪੈਂਦੀ ਹੈ, ਉਹ ਤੋਂ ਜਾ ਕੇ ਪਰਚੀ ਲੈਣੀ ਪੈਂਦੀ ਹੈ ਵੀ ਅਸੀਂ ਅੰਦਰ ਜਾ ਸਕਦੇ ਹਾਂ। ਉਹ ਅਫਸਰ ਇੱਕ ਸਰਕਾਰ ਦੇ ਵਿੱਚ ਟੌਪ ਪੋਸਟ ਤੇ ਵੀ ਰਹਿੰਦਾ, ਬਾਦਲ ਦੇ ਨੇੜੇ ਵੀ ਰਹਿੰਦਾ, ਤੇ ਉਹ ਪਤਾ ਨਹੀਂ ਹਿੱਲਣ ਦਿੰਦਾ। ਉਹ ਕਹਿੰਦਾ ਕੈਂਡੀਡੇਟ ਤੱਕ ਦੀ ਚੁਆਇਸ ਉਹ ਤੋਂ ਹੁੰਦੀ ਹੈ। ਨਹੀਂ, ਅਕਾਲੀ ਦਲ ਦੀ ਤਾਂ ਰਵਾਇਤ ਇਹ ਸੀ ਕਿ ਦਰਵਾਜ਼ੇ ਤਾਂ ਕਦੇ ਬੰਦ ਹੁੰਦੇ ਨਹੀਂ ਸੀ ਲੀਡਰਾਂ ਦੇ। ਹੁਣ ਤਾਂ ਜੀ ਬੰਦ ਹੀ ਰਹਿੰਦੇ ਨੇ ਲੱਗਦਾ ਦੇਖਣ ਨੂੰ। ਮੇਰੇ ਸਾਹਮਣੇ ਅੰਮ੍ਰਿਤਸਰ ਜੋ ਮੈਂ ਦੇਖਦਾ ਰਿਹਾ, ਸੰਤ ਜਰਨੈਲ ਸਿੰਘ ਪਿੰਡ ਵਾਲੇ ਮੈਂ ਖੁੱਲ੍ਹਾ ਕੰਮ ਹੁੰਦਾ ਸੀਗਾ। ਤੁਸੀਂ ਦੇਖਿਆ ਤੁਸੀਂ ਤਾਂ ਬੜਾ ਨਜ਼ਦੀਕੀ। ਹਾਂਜੀ, ਤੇ ਅਕਾਲੀ ਦਲ ਦੇ ਪ੍ਰਧਾਨ ਰਹੇ ਆਪਣੇ ਟੌੜਾ ਸਾਹਿਬ ਰਹੇ ਇੰਨੇ ਸਾਲ SGPC ਦੇ ਪ੍ਰਧਾਨ। ਕੋਈ ਐਰੋਗੈਂਸ ਨਹੀਂ, ਕੁਛ ਨਹੀਂ, ਕੋਈ ਨਾਲ ਸਿਕਿਉਰਿਟੀ ਨਹੀਂ, ਤੁਸੀਂ ਆਰਾਮ ਨਾਲ ਤੁਰੇ ਫਿਰਦੇ ਹਨ ਜੀ। ਜਾ ਕੇ ਬੈਠੇ, ਜਾ ਕੇ ਮਿਲੇ। ਜਗਦੇਵ ਸਿੰਘ ਤਲਵੰਡੀ ਰਹੇ ਪ੍ਰਧਾਨ, ਉਹਨੂੰ ਤਾਂ ਗਾਲ ਕੱਢਣ ਦੀ ਆਦਤ ਬੜੀ ਸੀਗੀ ਜੀ। ਉਹਨਾਂ ਅਸੀਂ ਵੈਸੇ ਹੀ ਚਲੋ ਰੌਣਕ ਲਾਉਣ ਦੀ ਆਸ ਸੀ ਉਹਨਾਂ ਨੂੰ, ਮਹਿਫਲ ਲਾਉਣੀ। ਲੋਕਾਂ ਦੇ ਲੀਡਰ ਸੀ ਨਾ ਜੀ, ਲੋਕਾਂ 'ਚ ਵਿੱਚ ਰਹਿ ਕੇ ਲੋਕਾਂ ਦੀਆਂ। ਇਹ ਹੁਣ ਜਿਹੜੀ ਲੀਡਰਸ਼ਿਪ ਹੈ ਇਹ ਜਥੇਦਾਰਾਂ ਦੇ ਨਹੀਂ ਹੈ ਜੀ। ਹੁਣ ਇਹ ਇੱਕ ਬਿਜ਼ਨਸ ਕਲਾਸ ਆ ਗਈ, ਜਿਨ੍ਹਾਂ ਦੇ ਵੈਸਟਡ ਇੰਟਰਸਟ ਹੈਗੇ ਹੈ, ਉਹ ਪੈਸਾ ਖਰਚਦੇ ਆ। ਉਸ ਜਿਹੜੀ ਉਹ ਜਮਾਤ ਹੈ ਨਾ ਬਿਜ਼ਨਸ ਵਾਲੀ, ਉਹਨੇ ਘੇਰਾ ਪਾਇਆ ਹੋਇਆ। ਕਿਉਂਕਿ ਮੈਨੂੰ ਇੱਕ ਜਥੇਦਾਰ ਕਹਿੰਦਾ, ਮੈਂ ਲੰਬੀ ਵਿਚਰਿਆ ਜੀ, ਜਾ ਕੇ ਦੇਖਿਆ ਸਮਝਿਆ। ਉਹ ਕਹਿੰਦਾ ਜੀ ਜਿੰਨੀ ਕਿੰਗਫਿਸ਼ਰ ਦੀ ਜਿਹੜੀ ਸਪਲਾਈ ਹੈ ਪੰਜਾਬ ਦੇ ਵਿੱਚ, ਉਹ ਸੁਖਬੀਰ ਦੇ ਇੱਕ ਅਫਸਰ ਕੋਲ ਹੈ। ਕਹਿੰਦਾ ਇੱਥੋਂ ਤੱਕ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਸ਼ਰਾਬ ਆਉਂਦੀ ਹੈ ਉਹ ਵੀ ਕਹਿੰਦਾ ਵੀ ਉਹ ਠੇਕੇ ਸਾਰੇ ਉਹਦੇ ਕੋਲ ਹੈ। ਇਹੀ ਤਾਂ ਰੌਲਾ ਹੈ ਨਾ। ਹੁਣ ਹੈ ਕੀ ਬਣਿਆ ਵੀ ਜਦੋਂ ਕਾਂਗਰਸ ਆਉਂਦੀ ਹੈ ਉਹ ਸਾਰੇ ਠੇਕੇ ਉਹਨਾਂ ਦੇ ਬੰਦੇ ਕੋਲੇ ਸ਼ਿਫਟ ਹੋ ਜਾਂਦੇ ਆ। ਜਦੋਂ ਅਕਾਲੀ ਦਲ ਆਉਂਦਾ ਹੈ ਜੀ, ਉਹਨਾਂ ਦੇ ਕੋਲੇ ਚਲੇ ਜਾਂਦੇ ਆ, ਤੇ ਕਈ ਵਾਰੀ ਵਿੱਚੋਂ ਦੋਵੇਂ ਹਿੱਸੇਦਾਰੀ ਪਾ ਲੈਂਦੇ ਆ ਵੀ ਮੇਨ ਸ਼ੇਅਰ ਜੇ ਅਕਾਲੀਆਂ ਦੀ ਸਰਕਾਰ ਹੈ ਤੇ ਮੇਨ ਸ਼ੇਅਰ ਉਹਨਾਂ ਦੇ ਬੰਦਿਆਂ ਦਾ ਤੇ ਛੋਟਾ ਸ਼ੇਅਰ ਕਾਂਗਰਸ ਦੇ ਬੰਦਿਆਂ ਦਾ। ਜਦੋਂ ਸਰਕਾਰ ਬਦਲ ਜਾਂਦੀ ਹੈ ਉਹ ਪ੍ਰਪੋਰਸ਼ਨ ਬਦਲ ਜਾਂਦਾ ਹੈ। ਸੋ ਇਹ ਜਿੰਨਾ ਤੁਹਾਡੇ ਜ਼ਿਕਰ ਜੀ, ਇਹ ਸਾਰੀਆਂ ਕੰਟਰੋਲ ਕਰਦੇ ਆ ਇਹ ਕਲਾਸ। ਹਾਂਜੀ, ਸਾਰਾ ਕੁਝ ਤਾਂ ਲੋਕਾਂ ਦੇ ਸਾਹਮਣੇ ਹੈ। ਇਸੇ ਕਰਕੇ ਬਦਲਾਅ ਦੀ ਗੱਲ ਚੱਲਦੀ ਹੈ ਜੀ। ਜਦੋਂ ਲੀਡਰ ਲੋਕਾਂ ਤੋਂ ਪਾਸੇ ਦੂਰੀਆਂ ਬਣ ਜਾਂਦੀਆਂ ਨੇ, ਉਹਨਾਂ ਦੇ ਅੱਗੇ ਘੇਰੇ ਬਣ ਜਾਂਦੇ ਨੇ। ਜਦੋਂ ਸਰਹੱਦਾਂ ਦੇ ਉੱਤੇ ਆਪਾਂ ਦੇਖਦੇ ਹਾਂ, ਜੇ ਆਪਾਂ ਗੱਲ ਕਰੀਏ ਪਾਕਿਸਤਾਨ ਤੇ ਭਾਰਤ ਦੇ ਵਿੱਚ, ਜਦੋਂ ਇੱਕ ਬਾੜ ਖਿੱਚੀ ਗਈ ਤਾਂ ਤੁਹਾਡਾ ਸੰਪਰਕ ਤਾਂ ਟੁੱਟ ਹੀ ਗਿਆ। ਸੁਖਬੀਰ ਸਿੰਘ ਬਾਦਲ ਅੱਜ ਡਿਕਲੇਅਰ ਕਰਨ ਕਿ ਮੈਂ ਬੱਸਾਂ ਹੋਰ ਨਹੀਂ ਪਾਊਂਗਾ ਜੀ, ਮੇਰਾ ਟੱਬਰ ਠੇਕੇ ਨਹੀਂ ਲਏਗਾ, ਮੈਂ CM ਬਣਨ ਤੋਂ ਬਾਅਦ ਬਿਜ਼ਨਸ ਨਹੀਂ ਕਰੂੰਗਾ, ਆਪਣੇ ਆਪ ਨੂੰ ਪਾਸੇ ਕਰੋ। ਉਹ ਤਾਂ ਕਹਿੰਦੇ ਮੇਰਾ ਬਹੁਤ ਪੁਰਾਣਾ ਬਿਜ਼ਨਸ ਹੈ ਜੀ। ਨਹੀਂ ਫਿਰ ਕੀ ਹੈ, ਟਰੰਪ ਸੀਗਾ ਪ੍ਰੈਜ਼ੀਡੈਂਟ ਅਮਰੀਕਾ ਦਾ, ਉਹਦਾ ਵੀ ਬਹੁਤ ਪੁਰਾਣਾ, ਉਹਦਾ ਬਿਜ਼ਨਸਮੈਨ ਸੀ ਬਹੁਤ ਵੱਡਾ। ਇਹ ਤਾਂ ਕੁਛ ਵੀ ਨਹੀਂ। ਹਾਂਜੀ, ਸੋ ਉਹਨੇ ਪਾਸੇ ਕਰਤਾ ਸੀ ਆਪਣੇ ਆਪ ਨੂੰ। ਇਹ ਕਿਉਂ ਨਹੀਂ ਪਾਸੇ ਕਰ ਸਕਦੇ ਲੋਕ ਪੰਜਾਬ ਦੇ ਜੀ? ਨਹੀਂ, ਫਿਰ ਇਲਜ਼ਾਮ ਇਹ ਲੱਗਦਾ ਹੈ ਕਿ ਤੁਸੀਂ ਸਰਕਾਰੀ ਕਰਪਸ਼ਨ ਤਾਂ ਕੋਈ ਨਹੀਂ ਕੀਤੀ। ਮੈਂ ਕਹਿੰਦਾ ਵੀ ਚਲੋ ਬੜੇ ਨੀਟ ਐਂਡ ਕਲੀਨ ਬਿਜ਼ਨਸ ਹੈ ਇਹਨਾਂ ਦਾ, ਕੋਈ ਰੌਲਾ ਨਹੀਂ ਜੀ। ਤੁਸੀਂ AC ਬੱਸਾਂ ਦੀ ਪਾਲਿਸੀ ਬਣਾਉਣੇ ਹੈ, ਲਗਜ਼ਰੀ ਬੱਸਾਂ ਦੀ ਜੀ, ਉਹਦੇ ਵਿੱਚ ਟੈਕਸ ਮਾਫ ਕਰ ਦਿੰਦੇ ਵਰਚੁਅਲੀ, ਜਦ ਕਿ ਲਗਜ਼ਰੀ 'ਤੇ ਤਾਂ ਟੈਕਸ ਜ਼ਿਆਦਾ ਹੁੰਦਾ। ਇਹ ਬਿਲਕੁਲ ਉਲਟ ਕਰਤਾ ਵੀ ਸਧਾਰਨ ਬੱਸਾਂ ਦਾ ਟੈਕਸ ਜ਼ਿਆਦਾ ਹੈ ਅਤੇ ਲਗਜ਼ਰੀ 'ਤੇ ਘੱਟ ਹੈ ਜੀ। ਲਗਜ਼ਰੀ ਮਾਫ ਕਰ ਦਿਓ ਅਤੇ ਬੱਸਾਂ ਆਪਣੀਆਂ ਪਾ ਲਓ। ਇਸੇ ਕਰਕੇ ਤਾਂ ਰਾਜਾ ਵੜਿੰਗ ਲੱਕਰੇ ਮਾਰਦਾ ਰਿਹਾ ਇਹਨਾਂ ਨੂੰ। ਹਾਂ, ਉਹ ਕਹਿੰਦਾ ਵੀ ਸਰਕਾਰ ਦਾ ਪੈਸਾ ਸੀ, ਤੁਸੀਂ ਆਪਦੇ ਬੰਦਿਆਂ ਨੂੰ। ਮਨਪ੍ਰੀਤ ਨਾਲ ਪੇਚਾ ਇੱਥੇ ਹੀ ਪਿਆ। ਠੀਕ ਹੈ, ਮਤਲਬ ਉਹਨਾਂ ਦੀ ਜਿਹੜੀ ਆਪਸ ਵਿੱਚ ਲੜਾਈ, ਇੱਕ ਪਾਰਟੀ ਦੇ ਵਿੱਚ 2 ਮਿਨਿਸਟਰ ਹੋ ਕੇ ਉਹ ਇੱਕ ਦੂਜੇ ਨੂੰ ਹਰਾਉਣ 'ਤੇ ਹੋ ਗਏ। ਮਨਪ੍ਰੀਤ ਰਾਜਾ ਵੜਿੰਗ ਨੂੰ ਹਰਾਉਣ 'ਤੇ ਹੋ ਗਿਆ। ਅਖੀਰਲੇ ਦਿਨ ਰਾਜਾ ਵੜਿੰਗ ਦੀ ਸਟੇਟਮੈਂਟ ਆਈ ਫੇਸਬੁੱਕ 'ਤੇ ਲਾਈਵ ਹੋ ਕੇ, ਕਹਿੰਦੇ ਵੀ ਇਸ ਵਾਰੀ ਬਾਦਲਾਂ ਨੂੰ ਹਰਾ ਦਿਓ, ਚਾਹੇ ਸਾਡੇ ਵਾਲਾ ਬਾਦਲ ਹੈ ਚਾਹੇ ਬਾਹਰ ਵਾਲਾ ਬਾਦਲ ਹੈ। ਹਾਂ, ਠੀਕ ਹੈ। ਮਤਲਬ ਇਹ ਤਾਂ ਸਮਝ ਆਉਂਦਾ ਹੈ ਜੀ ਵੀ ਇਹ ਸਿਸਟਮ ਜਿਹੜਾ ਹੈ, ਜਦੋਂ ਲੋਕਾਂ ਦੇ ਲੀਡਰ ਜਿਹਨਾਂ ਨੂੰ ਲੋਕ ਬਣਾਉਂਦੇ ਨੇ, ਇਹਨਾਂ ਨੂੰ ਲੋਕ ਹੀ ਬਣਾਉਂਦੇ ਆ ਨਾ ਜੀ, ਅਤੇ ਇਹ ਲੋਕਾਂ ਤੋਂ ਦੂਰ ਹੋ ਜਾਂਦੇ ਨੇ, ਇਹ ਘੇਰੇ ਦੇ ਵਿੱਚ ਰਹਿੰਦੇ ਨੇ। ਫਿਰ ਸਮਝਦੇ ਆ ਜਦੋਂ ਪੋਲੀਟਿਕਸ ਬਿਜ਼ਨਸ ਬਣ ਜਾਏਗਾ ਜੀ, ਉਦੋਂ ਇਹ ਸਾਰਾ ਕੁਛ ਵਾਪਰੇਗਾ। ਇਸ ਵੇਲੇ ਜਿਹੜੀ ਪੋਲੀਟਿਕਸ ਹੈ ਇਹ ਬਿਜ਼ਨਸ ਹੈ। ਇੰਨੀ ਜ਼ਿਆਦਾ ਰਿਟਰਨ ਕਿਤੇ ਨਹੀਂ ਹੈ ਕਿਸੇ ਹੋਰ ਬਿਜ਼ਨਸ ਦੇ ਵਿੱਚ। 5 ਸਾਲ ਦੇ ਵਿੱਚ ਵਾਰੇ ਨਿਆਰੇ ਹੋ ਜਾਂਦੇ ਹੈ। ਪੰਜਾਬ ਦਾ CM ਮੇਰੇ ਖਿਆਲ 'ਚ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ 5 ਸਾਲ ਦਾ ਜਿਹੜੇ ਉਹਦਾ ਲਾਓ ਹਿਸਾਬ ਕਿਤਾਬ 2000 ਕਰੋੜ ਤੋਂ ਉੱਪਰ, 2 ਤੋਂ 5000 ਕਰੋੜ ਮੈਂ ਲਾਉਣਾ ਹੈ ਜੀ। ਇਹ 5 ਸਾਲ ਦੇ ਵਿੱਚ ਕਮਾਈ ਹੈ। ਤਾਂ ਇਸ ਤੋਂ ਵਧੀਆ ਬਿਜ਼ਨਸ ਹੋਰ ਕੀ ਹੋਣਾ ਬਿਨਾਂ ਕੋਈ ਇਨਵੈਸਟਮੈਂਟ ਕੀਤੇ।
ਇਹ ਬਦਲਾਅ ਫਿਰ ਇਸ ਵਾਰੀ ਇਹ ਸਾਰੇ ਜਿਹੜਾ ਆਪਾਂ ਸਰ ਕੀਤਾ ਹੈ, ਇਹ ਨਿਚੋੜ ਇਸੇ ਕਰਕੇ ਨਿਕਲਦਾ, ਲੋਕ ਬਦਲਾਅ ਚਾਹੁੰਦੇ ਨੇ। ਉਹ ਕਿਸ ਤਰ੍ਹਾਂ ਦਾ ਬਦਲਾਅ ਹੈ? ਕਿਉਂਕਿ ਜਿਹੜੇ ਸਮੀਕਰਨ ਬਣਦੇ ਜਾ ਰਹੇ ਨੇ ਐਗਜ਼ਿਟ ਪੋਲ ਦੇ ਸੀਟਾਂ ਦੀ ਸੀਟ ਵਾਈਜ਼, ਜਾਂ ਆਪਾਂ ਵੋਟ ਬੈਂਕ ਦੀ ਪਰਸੈਂਟੇਜ ਜਿਹੜੀ ਹੈਗੀ ਹੈ, ਉਹ ਇਹ ਐਗਜ਼ਿਟ ਪੋਲ ਨਾਲ ਉਹਦਾ ਵੱਖਰਾ ਟ੍ਰੈਂਡ ਹੈ ਜੀ। ਯੈਸ, ਪੰਜਾਬ ਦਾ ਟ੍ਰੈਂਡ ਵੱਖਰਾ ਹੈ ਇਸ ਐਗਜ਼ਿਟ ਪੋਲ ਦੇ ਨਾਲੋਂ। ਪੰਜਾਬ ਦੀ ਜਿਹੜੀ ਸਾਈਕੀ ਹੈ ਉਹ ਵੱਖਰੀ ਹੈ, ਲੋਕਾਂ ਦੀ ਥਿੰਕਿੰਗ ਵੱਖਰੀ ਹੈ ਜੀ। ਹਾਂਜੀ, ਉਹ ਗੁੱਸਾ ਕੱਢ ਵੀ ਲੈਂਦੇ ਨੇ ਤੇ ਫਿਰ ਲੋਕ ਅੱਜ ਵੀ ਚੇਂਜ ਚਾਹੁੰਦੇ ਆ, ਲੋਕ ਚੇਂਜ ਚਾਹੁੰਦੇ ਆ, ਔਰ 10 ਤਰੀਕ ਤੋਂ ਬਾਅਦ ਫਿਰ ਵੀ ਚੇਂਜ ਚਾਹੁੰਗੇ, ਧਿਆਨ ਰੱਖਿਓ। ਫਿਰ ਵੀ ਚੇਂਜ ਚਾਹੁੰਗੇ। ਸਰ ਤੁਹਾਡਾ ਬਹੁਤ ਧੰਨਵਾਦ। ਸਮੇਂ ਦੀਆਂ ਘੜੀਆਂ ਥੋੜ੍ਹੀਆਂ ਜਿਹੀਆਂ ਤੇਜ਼ੀ ਨਾਲ ਚੱਲਦੀਆਂ ਨੇ, ਅਸੀਂ ਚਾਹੁੰਦੇ ਸੀ ਲੰਬੀ ਡਿਸਕਸ਼ਨ ਤੁਹਾਡੇ ਨਾਲ ਹੋਵੇ। ਚੋਣਾਂ ਵਾਲੇ ਦਿਨ ਅਸੀਂ ਫਿਰ ਵੀ ਤੁਹਾਨੂੰ ਇਨਵਾਈਟ ਕਰਾਂਗੇ ਕਿ ਅਸੀਂ ਪ੍ਰਾਈਮ ਏਸ਼ੀਆ ਦੇ ਉੱਤੇ ਤੁਹਾਡੇ ਨਾਲ ਲਾਈਵ ਡਿਸਕਸ਼ਨ ਚੱਲਦੀਆਂ ਰਹਿਣ। ਤੁਹਾਡਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਨ ਸਰਦਾਰ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਗਰਾਊਂਡ ਜ਼ੀਰੋ ਦੇ ਨੂੰ ਲੈ ਕੇ ਪੰਜਾਬ ਦੇ ਐਗਜ਼ਿਟ ਪੋਲਾਂ ਦੇ ਉੱਤੇ ਚਾਨਣਾ ਪਾਇਆ ਵਿਸਤਾਰ ਦੇ ਵਿੱਚ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।